ਸਰੀ ਦੇ ਜਿਹੜੇ ਮੇਅਰ ਹੈਗੇ ਆ ਡਗ ਮੈਕੈਲਮ, ਉਹਨਾਂ ਤੇ ਕਾਉਂਸਲਰ ਲਿੰਡਾ ਐਨਸ ਨੇ ਇੱਕ ਦੋਸ਼ ਲਗਾਇਆ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ 50 ਲੈਂਡ ਯੂਜ਼ ਐਪਲੀਕੇਸ਼ਨਸ ਨੇ। ਡਾਕਟਰ ਸਾਹਿਬ ਇੱਕ ਅੱਧੀ ਨਹੀਂ, ਪੂਰੀਆਂ 50 ਮੈਕਲਮ ਦੇ ਵੱਲੋਂ ਇਹ ਦਬਾਅ ਬਣਾਇਆ ਗਿਆ ਕਿ ਜਿਹੜੀਆਂ ਫਾਈਨਲ 2 ਮੀਟਿੰਗਸ ਨੇ ਕਾਉਂਸਲ ਦੀਆਂ, ਉਹਦੇ ਵਿੱਚ ਇਹਨਾਂ 50 ਦੀਆਂ 50 ਲੈਂਡ ਯੂਜ਼ ਐਪਲੀਕੇਸ਼ਨਸ ਨੂੰ ਮੂਵ ਫਾਰਵਰਡ ਕੀਤਾ ਜਾਵੇ, ਪਰ ਜਿਹੜੀ ਜਨਤਕ ਸੁਣਵਾਈ ਹੈਗੀ ਆ ਇਹ ਸਿਵਿਕ ਇਲੈਕਸ਼ਨ ਤੋਂ ਬਾਅਦ ਨਵੰਬਰ ਦੇ ਵਿੱਚ ਕਰਵਾਈ ਜਾਵੇ। ਡਗ ਮੈਕੈਲਮ ਦੇ ਜਿਹੜੇ ਐਨਕਾਂ ਆ ਨਾ, ਉਹ 15 ਅਕਤੂਬਰ ਵਾਲੀਆਂ ਹੈ। ਹਾਂਜੀ, ਉਹ 15 ਅਕਤੂਬਰ ਵਾਲੀਆਂ ਐਨਕਾਂ ਇਹ ਆ ਵੀ ਜਿੰਨੇ ਵੀ ਬੰਦਿਆਂ ਦੀ ਵੋਟ ਅਸੀਂ ਲੈ ਸਕਦੇ ਹਾਂ ਉਹਨਾਂ ਦੀ ਕਮ ਸੇ ਕਮ ਉਹਨਾਂ ਦੇ ਕੰਮ ਤੱਕ ਕੀਤੇ ਜਾਣ। ਇਹਨਾਂ ਨੇ ਪਹਿਲੀ ਵਾਰੀ ਕੀਤਾ ਕਿ 50 ਜਿਹੜੀਆਂ ਐਪਲੀਕੇਸ਼ਨ ਉਹਨਾਂ ਨੂੰ ਇਹ ਕਹਿਤਾ ਕੌਂਸਲ ਨੂੰ ਵੀ ਅਪਰੂਵਲ ਦੇ ਦਈਏ ਹੁਣ। ਹਾਂਜੀ, ਇਸ ਵੇਲੇ ਤੇ ਉਸ ਤੋਂ ਬਾਅਦ ਸੁਣਵਾਈ ਜਿਹੜੀ ਹੈ 15 ਅਕਤੂਬਰ ਤੋਂ ਬਾਅਦ ਹੋਊ। ਦੇਖੋ ਡਾਕਟਰ ਸਾਹਿਬ, ਕਈ ਸਵਾਲ ਉੱਠਦੇ ਆ, ਜਿਵੇਂ ਹੁਣ ਇਹ 50 ਐਪਲੀਕੇਸ਼ਨਸ ਹੈਗੀਆਂ ਨੇ। ਹੁਣ ਇਹਨਾਂ 50 ਐਪਲੀਕੇਸ਼ਨਸ ਨੂੰ ਇਹਨਾਂ VIP ਟ੍ਰੀਟਮੈਂਟ ਕਿਉਂ? ਮੈਨੂੰ ਲੱਗਦਾ ਵੀ ਦਾਲ 'ਚ ਕੁਛ ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਆ। ਇਸੇ ਕਰਕੇ ਇਹ ਤੁਸੀਂ ਆਪ ਦੇਖੋ ਕਿ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰਨਾ ਤੇ ਇਹਨਾਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਕਰਕੇ ਐਪਲੀਕੇਸ਼ਨਸ ਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਇਹ ਅਪਰੂਵ ਹੋ ਜਾਣ। ਦੋ ਗੱਲਾਂ ਨਾ, ਇੱਕ ਤਾਂ ਜਿਹੜਾ ਬੰਦਾ ਬੈਠਾ ਉੱਥੇ ਰਿਸ਼ਵਤਖੋਰੀ ਦਾ ਮਾਹਰ, ਹਾਂਜੀ, ਉਹ ਢਿੱਡ ਭਰਨਾ, ਉਹਨੇ ਦੇਖਿਆ ਹੋਣਾ ਵੀ ਹੁਣ 15 ਅਕਤੂਬਰ ਤੋਂ ਬਾਅਦ ਕੀ ਹੋਣਾ ਕੀ ਨਹੀਂ, ਇਹ ਪਤਾ ਨਹੀਂ ਕਿਆ ਸਰਾਈ ਹੈ ਨਾ। ਜਾਣੇ ਮੇਅਰ ਲਈ ਕੈਂਡੀਡੇਟ ਆ, 8 ਹੀ ਸੋਚਦੇ ਹੋਣੇ ਆ, ਉਹਨਾਂ ਦੇ ਨਾਲ ਦੇ ਵੀ ਸੋਚਦੇ ਹੋਣੇ ਵੀ ਬਸ ਲੱਡੂਆਂ ਨੂੰ ਆਰਡਰ ਹੀ ਕਰਨ ਵਾਲਾ। ਗੱਲ ਕਰਦੇ ਆ ਹੁਣ ਇਮੀਗ੍ਰੇਸ਼ਨ ਦੀ। ਜਦੋਂ ਐਪਲੀਕੇਸ਼ਨ ਅਪਲਾਈ ਕਰਦੇ ਆ ਤਾਂ ਉਹਦੇ ਵਿੱਚ ਕਈ ਵਾਰੀ ਕਈ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਗਲਤ ਹੋ ਜਾਂਦੀ ਆ, ਜਾਂ ਫਿਰ ਕਈ ਲੋਕੀ ਚਲੋ ਇੰਟੈਂਸ਼ਨਲੀ ਕਰਦੇ ਹੋਣੇ ਥੋੜੇ ਜਿਹੇ, ਪਰ ਜਦੋਂ ਇਹ ਕਹਿ ਦਿੰਦੇ ਨੇ ਕਿ ਮਿਸ ਰਿਪਰੈਜ਼ੈਂਟੇਸ਼ਨ ਹੋਈ ਆ। ਅੱਛਾ ਸ਼ਬਦ ਢੂੰਡਿਆ ਇਹਨਾਂ ਨੇ, PR ਵਾਲਿਆਂ ਨੇ ਸਿੱਧੇ ਸ਼ਬਦਾਂ 'ਚ ਵੀ ਝੂਠ ਬੋਲਿਆ। ਆਪਣੀ ਉਮਰ ਗਲਤ ਲਿਖੀ ਹੋਣੀ, ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਝੂਠ ਬੋਲਿਆ ਹੋਵੇ, ਜਿਵੇਂ ਕੋਈ ਸਰਟੀਫਿਕੇਟ ਨਕਲੀ ਲਾਤਾ ਕਿਸੇ ਨੂੰ। ਜਿਹੜਾ ਆਫੀਸਰ ਆ ਉਹਨੂੰ ਟ੍ਰੇਨ ਇਦਾਂ ਕਰਦੇ ਆ, ਬਾਅਦ ਦੇ ਵਿੱਚ ਕੁਛ ਨਾ ਕੁਛ ਸਵਾਲ ਉਹਨੇ ਉਹ ਕਰਨੇ ਆ ਜਿਹੜੇ ਉਹ ਸਿਵਲ ਇੰਜੀਨੀਅਰ ਨੂੰ ਪਤਾ ਹੋਣੇ ਚਾਹੀਦੇ ਆਮ ਨੂੰ। ਹਾਂਜੀ, ਤੇ ਉਹਨੇ ਜਦੋਂ ਸਵਾਲ ਕੀਤੇ ਉਹਦੇ ਤੌਰ ਪੜ ਔਰ ਜਿਹੜੀ ਹਿਸਟਰੀ ਦੀ BA ਕੀਤੀ ਆ, ਉਹਨੂੰ ਸਿਵਲ ਇੰਜੀਨੀਅਰਿੰਗ ਦਾ ਕੀ ਪਤਾ ਹੈ। ਹੁਣ ਤੁਸੀਂ ਆਪੇ ਦੇਖ ਲਓ ਕਿ 2015 ਤੋਂ ਲੈ ਕੇ 2021 ਦੇ ਦਰਮਿਆਨ ਭਾਰਤ ਤੋਂ ਸਿਰਫ 25,000 ਤੋਂ ਜ਼ਿਆਦਾ ਐਪਲੀਕੈਂਟਸ ਜਿਹੜੇ ਆ ਉਹਨਾਂ ਤੇ ਮਿਸ ਰਿਪਰੈਜ਼ੈਂਟੇਸ਼ਨ ਦੇ ਦੋਸ਼ ਲੱਗੇ ਆ। ਇਹ ਕਿਰਾਏ ਹੋਣੇ ਆ ਜਿਹੜੇ ਐਕਸਪਰਟ ਬੰਦੇ ਆਪਣੇ ਨੂੰ ਕਹਿੰਦੇ ਨਾ, ਕੰਸਲਟੈਂਟ। ਹਾਂਜੀ, ਇਹਨਾਂ ਨੇ ਕਿਰਾਏ ਹੁੰਦੇ ਆ, ਲਿਖਦੇ ਇਦਾਂ, ਕੋਈ ਗੱਲ ਨਹੀਂ, ਪਰ ਦੋ ਇਦਾਂ ਕੁਝ ਫਰਕ ਨਹੀਂ ਪੈਣਾ। ਐਂਟੀਬਾਡੀ ਡਾਟਾ ਅਨੁਸਾਰ ਕੈਨੇਡੀਅਨ ਪਾਪੂਲੇਸ਼ਨ ਦਾ 2/3 ਜਿਹੜਾ ਹਿੱਸਾ ਉਹ ਕੋਵਿਡ ਦੇ ਨਾਲ ਗ੍ਰਸਤ ਸੀ। ਦੇਸ਼ ਭਰ ਦੇ ਵਿੱਚ ਬਲੱਡ ਸੈਂਪਲਸ ਜਿਹੜੇ ਉਹਨਾਂ ਨੇ ਲਏ ਸੀ, ਬਲੱਡ ਸੈਂਪਲਸ ਇਹ ਦਰਸਾਉਂਦੇ ਆ ਕਿ ਜਿਹੜਾ ਓਮਿਕਰੋਨ ਵੇਰੀਐਂਟ ਸੀ ਉਹ ਬਹੁਤ ਤੇਜ਼ੀ ਦੇ ਨਾਲ ਫੈਲਿਆ ਸੀ। ਉਸ ਤੋਂ ਬਾਅਦ ਜਿੰਨਾ ਚਿਰ ਵੈਕਸੀਨ ਨਹੀਂ ਆਈ ਉਹਨਾਂ ਚਿਰ ਮੌਤ ਦਰ ਜਿਹੜੀ ਆ ਜ਼ਿਆਦਾ ਰਹੀ। ਹਾਂਜੀ, ਸੋ ਵੈਕਸੀਨ ਦਾ ਕੋਈ ਫਾਇਦਾ ਹੋਇਆ ਵੈਸੇ। ਕਈ ਵਾਰੀ ਤਾਂ ਇੰਨਾ ਮਾਈਲਡ ਹੁੰਦਾ ਸੀ, ਬਹੁਤਿਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕੋਵਿਡ ਹੋਇਆ ਹੈ। 14,000 ਬਲੱਡ ਸੈਂਪਲ ਨੇ ਚੈੱਕ ਕੀਤੇ ਕਿ
ਤਿੰਨਾਂ ਦੇ ਵਿੱਚੋਂ ਦੋ ਲੋਕਾਂ ਨੂੰ ਇੱਥੇ ਹੋ ਚੁੱਕਾ ਹੈ। ਹਾਂਜੀ। ਤੇ ਜਿਹੜੇ ਬੱਚਿਆਂ ਦੇ ਬਲੱਡ ਸੈਂਪਲ ਆ ਉਹ ਦੱਸਦੇ ਆ ਕਿ 80% ਬੱਚਿਆਂ ਨੂੰ ਹੋ ਚੁੱਕਾ ਹੈ। ਡਾਕਟਰ ਸਾਹਿਬ, ਇੱਕ ਮੀਡੀਆ ਰਿਪੋਰਟ ਆਉਣ ਤੋਂ ਬਾਅਦ ਕਿਊਬਿਕ ਲਿਬਰਲਸ ਨੇ ਜਿਹੜੇ ਕਰਜ਼ੇ ਦੇ ਅੰਕੜੇ ਸੀ ਉਹਨਾਂ ਤੋਂ $12 ਬਿਲੀਅਨ ਜਿਹੜੇ ਸੀ ਉਹ ਕਿਤੇ ਘੱਟ ਸ਼ੋ ਹੋ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਵੈਬਸਾਈਟ ਤੋਂ ਜਿਹੜਾ ਲਾਗਤ ਵਾਲਾ ਇਹ ਬੋਰਡ ਸੀਗਾ ਉਹਨੂੰ ਹਟਾ ਦਿੱਤਾ। ਹੁਣ ਵੱਖ-ਵੱਖ ਪਾਰਟੀਆਂ ਤੇ ਮੀਡੀਆ ਦਾ ਵੀ ਜ਼ੋਰ ਹੈ ਕਿ ਤੁਸੀਂ ਜਿਹੜੇ ਵਾਅਦੇ ਕਰਦੇ ਆ ਉਹਨਾਂ ਨੂੰ ਕੈਲਕੂਲੇਟ ਕਰਕੇ ਸਾਨੂੰ ਦੱਸੋ ਕਿ ਪੈਸੇ ਹੈ ਵੀ ਜਾਂ ਨਹੀਂ। ਹਾਂਜੀ, ਪੂਰੇ ਕਿੱਦਾਂ ਕੀਤੇ ਜਾਣਗੇ? ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅਜੇ ਤੱਕ ਸਾਰਾ ਪਤਾ ਉੱਥੇ ਵੀ ਆ ਲੋਕਾਂ ਨੂੰ। ਜਿੰਨਾ ਪੰਜਾਬ ਦੇ ਸਿਰ ਕਰਜ਼ਾ ਸੀ ਇਹ ਨਵੀਂ ਗੱਲ ਨਹੀਂ ਹੈ। ਉਹ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਧਾਉਣੇ ਨੰਬਰ ਕਿ ਰੈਵਨਿਊ ਇੰਨਾ ਹੋਣਾ, ਜ਼ਿਆਦਾ ਹੋਣਾ, ਜਿੰਨਾ ਹੋਣਾ ਚਾਹੀਦਾ ਉਨਾ ਨਹੀਂ ਹੋਣਾ, ਜ਼ਿਆਦਾ ਹੋਣਾ, ਕਿਉਂਕਿ ਇਹਨਾਂ ਨੇ ਆਪਣੇ ਅੰਕੜੇ ਵੀ ਪੂਰੇ ਕਰਨੇ ਹੁੰਦੇ ਨੇ। ਜਿਹੜੇ ਵੱਡੇ ਵੱਡੇ ਫਿਰ ਇਹਨਾਂ ਨੇ ਵਾਅਦੇ ਕੀਤੇ ਹੁੰਦੇ ਆ ਉਹ ਪੂਰੇ ਕਰਨ ਦੇ ਲਈ ਕੁਝ ਤਾਂ ਦਿਖਾਉਣਾ ਪਊਗਾ। ਰੇਡੀਓ ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 15 ਸਤੰਬਰ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 6045929191। स्वागत करते हैं डॉक्टर शिंदर पुरेवाल जी का। डॉक्टर साहब, प्रोग्राम च तुहाडा स्वागत है जी। गुड मॉर्निंग। गुड मॉर्निंग डॉक्टर साहब। अज गलबात का सिलसिला आप अपने शहर सरी से शुरू कर लेने। सरी दे जिहड़े मेयर हैगे डग मैकलम, ਉਹਨਾਂ ਤੇ ਕਾਉਂਸਲਰ ਲਿੰਡਾ ਐਨਸ ਨੇ ਇੱਕ ਦੋਸ਼ ਲਗਾਇਆ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ 50 ਲੈਂਡ ਯੂਜ਼ ਐਪਲੀਕੇਸ਼ਨਸ ਨੇ। ਡਾਕਟਰ ਸਾਹਿਬ, ਇੱਕ ਅੱਧੀ ਨਹੀਂ, ਪੂਰੀਆਂ 50 ਲੈਂਡ ਯੂਜ਼ ਐਪਲੀਕੇਸ਼ਨਸ ਨੇ। ਮੈਕਲਮ ਦੇ ਵੱਲੋਂ ਇਹ ਦਬਾਅ ਬਣਾਇਆ ਗਿਆ ਕਿ ਜਿਹੜੀਆਂ ਫਾਈਨਲ 2 ਮੀਟਿੰਗਸ ਨੇ ਕਾਉਂਸਲ ਦੀਆਂ ਉਹਦੇ ਵਿੱਚ ਇਹਨਾਂ 50 ਦੀਆਂ 50 ਲੈਂਡ ਯੂਜ਼ ਐਪਲੀਕੇਸ਼ਨਸ ਨੂੰ ਮੂਵ ਫਾਰਵਰਡ ਕੀਤਾ ਜਾਵੇ, ਪਰ ਜਿਹੜੀ ਜਨਤਕ ਸੁਣਵਾਈ ਹੈਗੀ ਆ ਇਹ ਸਿਵਿਕ ਇਲੈਕਸ਼ਨ ਤੋਂ ਬਾਅਦ ਨਵੰਬਰ ਦੇ ਵਿੱਚ ਕਰਵਾਈ ਜਾਵੇ। ਕੀ ਕਹਿਣਾ ਚਾਹੋਗੇ ਤੁਸੀਂ, ਕਿਉਂ ਮੈਕਲਮ ਸਾਹਿਬ ਵੱਲੋਂ ਇਸ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ? ਡਗ ਮੈਕਲਮ ਦੇ ਜਿਹੜੇ ਐਨਕਾਂ ਆ ਨਾ ਉਹ 15 ਅਕਤੂਬਰ ਵਾਲੀਆਂ। ਹਾਂਜੀ, ਉਹ 15 ਅਕਤੂਬਰ ਵਾਲੀਆਂ ਐਨਕਾਂ ਇਹ ਆ ਵੀ ਜਿੰਨੇ ਵੀ ਬੰਦਿਆਂ ਦੀ ਵੋਟ ਅਸੀਂ ਲੈ ਸਕਦੇ ਆ ਉਹਨਾਂ ਦੀ ਕਮ ਸੇ ਕਮ ਉਹਨਾਂ ਦੇ ਕੰਮ ਤੱਕ ਕੀਤੇ ਜਾਣ। ਹਾਂਜੀ, ਇੱਕ ਬੰਦਾ ਜਿਹੜਾ ਡਿਵੈਲਪਰ ਆ ਉਹਦੇ ਕੋਲ ਬੰਦੇ ਹੁੰਦੇ ਆ ਕੰਸਟਰਕਸ਼ਨ ਵਾਲੇ, ਤਰ੍ਹਾਂ ਤਰ੍ਹਾਂ ਦਾ ਕੰਮ ਕਰਦੇ ਆ, ਉਹਨਾਂ ਦੀ ਰਿਸ਼ਤੇਦਾਰੀਆਂ, ਦੋਸਤ ਮਿੱਤਰ। ਦੇਖੋ 50 ਦੇ ਕਿੰਨੇ ਬੰਦੇ ਹੋਣੇ ਆ ਜਿੰਨੀਆਂ ਵੀ ਐਪਲੀਕੇਸ਼ਨ ਆਈਆਂ ਉੱਤੇ। ਹੁਣ ਇਹ ਕਦੇ ਪਹਿਲੀ ਵਾਰ ਸੁਣਿਆ ਹੋਣਾ ਲੋਕਾਂ ਨੇ ਕਿ ਨਾਰਮਲ ਪ੍ਰੋਸੈਸ ਹੈਗਾ ਕਿ ਤੁਸੀਂ ਜਦੋਂ ਲੈਂਡ ਯੂਜ਼ ਡਿਵੈਲਪਮੈਂਟ ਕਰਦੇ ਆ ਫਿਰ ਉਹ ਆਂਢ ਗੁਆਂਢ ਦੇ ਵਿੱਚ ਰਿਵਿਊ ਕਰਦੇ ਆ, ਲੋਕਾਂ ਨੂੰ ਵੀ ਮੌਕਾ ਦਿੰਦੇ ਕਿ ਤੁਸੀਂ ਦੱਸੋ ਕਿ ਤੁਸੀਂ ਕੀ ਸੋਚਦੇ ਆ, ਇੱਥੇ ਤੁਹਾਡੇ ਲਾਗੇ ਡਿਵੈਲਪਮੈਂਟ ਹੋਣ ਲੱਗੀ ਆ। ਹਾਂਜੀ, ਉਹਦੀ ਸੁਣਵਾਈ ਹੁੰਦੀ ਹੈ ਜੀ। ਇਹ ਪ੍ਰੋਸੈਸ ਹੈ ਸਾਰੇ ਡੈਮੋਕ੍ਰੇਸੀ ਦੇ ਵਿੱਚ, ਸਾਰੀਆਂ ਸਿਵਿਕ ਇਲੈਕਸ਼ਨ ਦੇ ਵਿੱਚ। ਇਹਨਾਂ ਨੇ ਪਹਿਲੀ ਵਾਰੀ ਕੀਤਾ ਕਿ 50 ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੂੰ ਇਹ ਕਹਿਤਾ ਕੌਂਸਲ ਨੂੰ ਵੀ ਅਪਰੂਵਲ ਦੇ ਦਈਏ ਹੁਣ। ਹਾਂਜੀ, ਇਸ ਵੇਲੇ ਤੇ ਉਸ ਤੋਂ ਬਾਅਦ ਸੁਣਵਾਈ ਜਿਹੜੀ ਹੈ 15 ਅਕਤੂਬਰ ਤੋਂ ਬਾਅਦ ਹੋਊਗੀ। ਹਾਂਜੀ, ਸੋ 15 ਅਕਤੂਬਰ ਤੋਂ ਬਾਅਦ ਕੀ ਕੁਝ ਹੋਣਾ ਆ, ਸੁਣਵਾਈ ਹੋਣੀ ਆ, ਤਾਂ ਸੁਣਵਾਈ ਇਹਨਾਂ ਦੇ ਕੇਸ ਦੀ ਵੀ ਹੋਣੀ ਹੈ ਜੇ ਝੂਠ ਬੋਲਿਆ ਹੈ। ਹਾਂਜੀ, ਸਾਰੀਆਂ ਚੀਜ਼ਾਂ ਜਿਹੜੀਆਂ ਹੈ 15 ਅਕਤੂਬਰ ਤੋਂ ਬਾਅਦ ਹੀ ਹੋਣੀਆਂ। ਹਾਂਜੀ, ਮਤਲਬ ਉਹਨਾਂ ਚਿਰ ਮੈਨੂੰ ਸਿਰਫ ਤੇ ਸਿਰਫ ਵੋਟਾਂ ਤੇ ਕਨਸੈਂਟਰੇਟ ਕਰਨ ਦਿਓ, ਬਾਕੀ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਦੇ ਵਿੱਚ ਦੇਖੀ ਜਾਊਗੀ। ਦੇਖੋ ਡਾਕਟਰ ਸਾਹਿਬ, ਕਈ ਸਵਾਲ ਉੱਠ ਰਹੇ ਆ, ਜਿਵੇਂ ਹੁਣ ਇਹ 50 ਐਪਲੀਕੇਸ਼ਨਸ ਹੈਗੀਆਂ ਨੇ। ਹੁਣ ਇਹਨਾਂ 50 ਐਪਲੀਕੇਸ਼ਨਸ ਨੂੰ ਇੰਨਾ VIP ਟ੍ਰੀਟਮੈਂਟ ਕਿਉਂ?
ਮੈਨੂੰ ਲੱਗਦਾ ਵੀ ਦਾਲ 'ਚ ਕੁਛ ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਆ। ਇਸੇ ਕਰਕੇ ਇਹ ਤੁਸੀਂ ਆਪ ਦੇਖੋ ਕਿ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਕਰਨਾ ਤੇ ਇਹਨਾਂ ਨੂੰ ਇੰਨਾ ਜ਼ਿਆਦਾ ਪ੍ਰੈਸ਼ਰ ਕਰਕੇ ਐਪਲੀਕੇਸ਼ਨਸ ਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਇਹ ਅਪਰੂਵ ਹੋ ਜਾਣ। ਦੋ ਗੱਲਾਂ ਨਾ, ਇੱਕ ਤਾਂ ਜਿਹੜਾ ਬੰਦਾ ਬੈਠਾ ਉੱਥੇ ਰਿਸ਼ਵਤਖੋਰੀ ਦਾ ਮਾਹਰ, ਹਾਂਜੀ, ਉਹ ਢਿੱਡ ਭਰਨਾ, ਉਹਨੇ ਦੇਖਿਆ ਹੋਣਾ ਵੀ ਹੁਣ 15 ਅਕਤੂਬਰ ਤੋਂ ਬਾਅਦ ਕੀ ਹੋਣਾ ਕੀ ਨਹੀਂ, ਇਹ ਪਤਾ ਨਹੀਂ ਕਿਆ ਸਰਾਈ ਹੈ ਨਾ। ਹਾਂਜੀ, ਇਸ ਵੇਲੇ ਤਾਂ ਹਰੇਕ ਹੀ ਸੋਚਦਾ ਹੈ। 8 ਜਣੇ ਮੇਅਰ ਲਈ ਕੈਂਡੀਡੇਟ ਆ, 8 ਹੀ ਸੋਚਦੇ ਹੋਣੇ ਆ, ਉਹਨਾਂ ਦੇ ਨਾਲ ਦੇ ਵੀ ਸੋਚਦੇ ਹੋਣੇ ਵੀ ਬਸ ਲੱਡੂਆਂ ਨੂੰ ਆਰਡਰ ਹੀ ਕਰਨ ਵਾਲਾ। ਹਾਂਜੀ, ਬਿਲਕੁਲ ਸਹੀ। ਚੱਕੇ ਉਹਨਾਂ ਚੋਂ 8 ਚੋਂ ਜਿੱਤਣਾ ਤਾਂ ਇੱਕ ਆ ਨਾ। ਹਾਂਜੀ ਹਾਂਜੀ। ਤੇ ਜੇ ਉਹ ਹਾਰ ਗਏ ਆ ਤੇ ਫਿਰ ਉਹ ਜਿਹੜਾ ਨਾਲ ਦਾ ਬੰਦਾ ਬੈਠਾ ਜਿਹਨੇ ਆਪਣਾ $1 ਬਿਲੀਅਨ ਪੂਰਾ ਕਰਨਾ, ਕਿਤੇ ਉਹਨੂੰ ਫਿਰ ਹੋਣੇ ਆ ਕਿ ਹੁਣ ਹੀ ਪੈਸੇ ਫੜ ਲਵਾਂ, ਚੰਗੀ ਗੱਲ ਹੈ। ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਸੁਣਵਾਈ ਹੁੰਦੀ ਹੈ ਉਹ ਵੱਖਰੀ ਗੱਲ ਹੈ। ਜਿਹੜੀ ਅਪਰੂਵਲ ਦੇ ਦਈਏ ਇਸ ਵੇਲੇ, ਪੈਸੇ ਇਕੱਠੇ ਕਰ ਲਈਏ ਤੇ ਇਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਈਏ। ਹਾਂਜੀ, ਜਿਹੜਾ ਮੇਨ ਏਮ ਤਾਂ ਇਹ ਹੈ ਨਾ ਇਸ ਵੇਲੇ ਕਿ ਜਿੱਤਣਾ ਕਿੱਦਾਂ ਆ, ਤਾਂ ਕਿ 4 ਸਾਲ ਹੋਰ ਲੁੱਟਿਆ ਜਾ ਸਕੇ। ਜੀ, ਸ਼ਰੇਆਮ ਸਰੀ ਦੇ ਵਿੱਚ ਮੇਰਾ ਖਿਆਲ ਨਹੀਂ ਇਸ ਤਰ੍ਹਾਂ ਤਰੀਕੇ ਨਾਲ ਕੋਈ ਤੁਸੀਂ ਹਿੰਦੁਸਤਾਨ ਦੇ ਵਿੱਚ ਵੀ ਕੋਈ ਮਿਊਨਿਸਪੈਲਿਟੀ ਦੇਖੋਗੇ ਕਿ ਸ਼ਰੇਆਮ ਲੁੱਟ ਹੋ ਰਹੀ ਹੋਵੇ, ਹਰੇਕ ਬੰਦੇ ਨੂੰ ਪਤਾ ਹੋਵੇ, ਉਹਦੇ ਬਾਵਜੂਦ ਵੀ ਲੋਕੀ ਜਾ ਕੇ ਇਹਨੂੰ ਵੋਟ ਪਾ ਦੇਣ। ਜੀ ਡਾਕਟਰ ਸਾਹਿਬ, ਇਹ ਤਾਂ ਬਹੁਤ ਜ਼ਿਆਦਾ ਚਿੰਤਾਜਨਕ ਵੈਸੇ ਗੱਲ ਹੈਗੀ ਕਿ ਸਭ ਨੂੰ ਪਤਾ ਕਿ ਸਰੀ ਸਿਟੀ ਹਾਲ ਦੇ ਵਿੱਚ ਕਿੰਨੀ ਜ਼ਿਆਦਾ ਕਰਪਸ਼ਨ ਹੋ ਰਹੀ ਹੈ, ਸ਼ਰੇਆਮ ਹੋ ਰਹੀ ਹੈ। ਹੁਣ ਤੁਸੀਂ ਆਹੀ ਦੇਖ ਲਓ ਕਿ 50 ਲੈਂਡ ਯੂਜ਼ ਐਪਲੀਕੇਸ਼ਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ, ਇਹ ਪਿਛਲੇ 4 ਸਾਲਾਂ ਤੋਂ ਆਹੀ ਕੁਝ ਕਰਦੇ ਆ ਰਹੇ। ਹਾਂਜੀ, ਪਿਛਲੇ 4 ਸਾਲਾਂ ਦੇ ਵਿੱਚੋਂ ਜਿਹੜਾ ਤਾਂ ਕੋਈ ਜੈਨੂਅਨ ਬੰਦਾ ਹੈ, ਕਿਤੇ ਤੁਸੀਂ ਇੱਕ ਲੋਟ ਲੈ ਕੇ ਦੇਖਿਓ, ਤੁਹਾਨੂੰ ਕਿੰਨੇ ਥਾਂ ਤੇ ਜਾਣਾ ਪੈਂਦਾ ਆ। ਕਦੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਕੋਲ ਆਪਣੇ ਆਰਕੀਟੈਕਟ ਨੇ ਤੁਹਾਨੂੰ ਡਿਜ਼ਾਈਨ ਬਣਾ ਕੇ ਦਿੱਤਾ, ਉਹ 'ਚ ਫਾਲਟ ਲੱਭਣਗੇ ਤੁਹਾਡੀਆਂ। ਤਰ੍ਹਾਂ ਦੀਆਂ ਤੁਹਾਨੂੰ ਅਟਕਣਾ ਪੇਸ਼ ਆਉਂਦੀਆਂ, ਤੁਹਾਨੂੰ ਚੈਲੰਜ ਆਉਂਦੇ ਆ ਪੇਸ਼। ਹਾਂਜੀ, ਤਾਂ ਫੇਰ ਕਿਤੇ ਜਾ ਕੇ ਜੇ ਹੋ ਸਕਦਾ ਤੁਹਾਨੂੰ ਕਈ ਮਹੀਨਿਆਂ ਬਾਅਦ ਪਰਮਿਟ ਮਿਲੂਗਾ। ਜੀ, ਤਾਂ ਜਿਨ੍ਹਾਂ ਦੇ ਬੰਦਿਆਂ ਨੇ ਪੈਸੇ ਦਿੱਤੇ ਹੋਏ ਆ, ਸ਼ਰੇਆਮ ਇਹਨਾਂ ਨੂੰ ਪੈਸਾ ਦਿੱਤਾ ਆ, ਨਾਲ ਇਹਨਾਂ ਦੀ ਸਪੋਰਟ ਵੀ ਕੀਤੀ ਹੈ ਵੋਟਾਂ ਦੀ। ਦੋ ਗੱਲਾਂ ਹੁੰਦੀਆਂ ਨਾ ਇੱਥੇ, ਦੋ ਹੀ ਚੀਜ਼ਾਂ। ਵੋਟਾਂ ਨਾ ਹੋਣਗੇ ਤਾਂ ਫਿਰ ਜਿੱਤਣਗੇ ਕਿੱਦਾਂ? ਹਾਂਜੀ। ਦੂਸਰੀ ਗੱਲ ਹੈਗੀ ਆ, ਪੈਸੇ ਤੋਂ ਬਿਨਾਂ ਨਹੀਂ ਜਿੱਤ ਸਕਦੇ। ਹਾਂਜੀ। ਸੋ ਪੈਸਾ ਇੱਕ ਪਾਸੇ, ਇੱਕ ਬੰਦਾ ਪੈਸੇ ਬਣਾਉਣ ਲਈ ਬੈਠਾ ਹੈ, ਬਾਕੀ ਸਾਰਿਆਂ ਤੇ ਪੈਸੇ ਖਰਚਣ ਲਈ ਬੈਠੇ ਆ, ਤੇ ਦੂਸਰਾ ਵੋਟਾਂ ਲਈ ਬੈਠੇ ਆ। 4 ਸਾਲ ਲੁੱਟਿਆ ਇਹਨਾਂ ਨੇ, ਜਿੱਦਾਂ ਹਾਈਵੇ ਤੇ ਰੋਬਰ ਨਹੀਂ ਬੈਠੇ ਹੁੰਦੇ। ਹਾਂਜੀ, ਕਹਿੰਦੇ ਹੁੰਦੇ, ਅੰਗਰੇਜ਼ੀ ਦਾ ਇੱਕ ਕਹਾਵਤ ਹੈ, ਹਾਈਵੇ ਰੋਬਰੀ। ਜੀ, ਜਿੱਦਾਂ ਡਕੈਤ ਬੈਠੇ ਹੁੰਦੇ ਆ ਰਾਹ ਦੇ ਵਿੱਚ, ਆਉਂਦਿਆਂ ਜਾਂਦਿਆਂ ਨੂੰ ਲੁੱਟਣ ਵਾਲੇ। ਹਾਂਜੀ, ਤੇ ਇਹ ਲੁੱਟਣ ਵਾਲੇ ਬੰਦੇ ਬੈਠੇ ਆ ਉੱਥੇ। ਤੁਸੀਂ ਚਾਹੇ ਸਿਵਲ ਸਰਵੈਂਟਸ ਨੂੰ ਪੁੱਛ ਲਓ, ਤੇ ਚਾਹੇ ਜਿਹੜੇ ਬੰਦੇ ਡਿਵੈਲਪਮੈਂਟ ਦੀਆਂ ਐਪਲੀਕੇਸ਼ਨ ਕੀਤੀਆਂ ਆ ਲੋਕਾਂ ਨੇ, ਜਿਨ੍ਹਾਂ ਦੀਆਂ ਰਿਜੈਕਟ ਹੋਈਆਂ, ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਉਹਨਾਂ ਦੀਆਂ ਰਿਜੈਕਟ ਵੀ ਹੋਈਆਂ। ਹਾਂਜੀ, ਜਾਂ ਉਹਨਾਂ ਨੂੰ ਖੱਜਲ ਖੁਆਰ ਇੰਨਾ ਕੀਤਾ ਆ ਕਿ ਉਹਨਾਂ ਨੂੰ ਅਖੀਰ ਤੇ ਜਾ ਕੇ ਉਹਨਾਂ ਦਾ ਦਿਲ ਕਰਦਾ, ਇੱਕ ਬੰਦਾ ਕਹਿੰਦਾ ਮੇਰਾ ਦਿਲ ਕੀਤਾ ਵੀ ਛੱਡ ਹੀ ਦੇਵਾਂ। ਹਾਂਜੀ, ਬੰਦਾ ਫਰਸਟ੍ਰੇਟ ਹੋ ਜਾਂਦਾ ਡਾਕਟਰ ਸਾਹਿਬ, ਪੂਰਾ ਫਰਸਟ੍ਰੇਟ ਹੋਇਆ ਸੀ। ਤੇ ਇਹ 4 ਤਾਂ ਹੁਣ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ, ਸਾਡੇ ਲੋਕਾਂ ਨੂੰ, ਕਿ 4 ਸਾਲ ਇਹੀ ਤੁਸੀਂ ਮਲੇਰਕੋਟਲਾ ਬਣਾਉਣਾ ਕਿ ਐਕਚੁਅਲੀ ਚੰਗੀ ਜ਼ਿੰਦਗੀ ਲਈ ਇੱਥੇ ਆਏ ਆ, ਚੰਗੀ ਜ਼ਿੰਦਗੀ ਜੀਣ ਦਾ ਰਾਹ ਵੀ ਸਿੱਖੋ। ਜੀ ਬਿਲਕੁਲ ਡਾਕਟਰ ਸਾਹਿਬ, ਵੋਟ ਪਾਉਣ ਤੋਂ ਪਹਿਲਾਂ ਸਾਰੇ ਹੀ ਪਹਿਲੂਆਂ ਤੇ ਚੰਗੀ ਤਰ੍ਹਾਂ ਝਾਤ ਮਾਰਨੀ ਚਾਹੀਦੀ ਆ। ਦੇਖੋ, ਵੋਟਾਂ ਲੈਣ ਵੇਲੇ ਤਾਂ ਸਾਰੇ ਕਹਿੰਦੇ ਆ ਕਿ ਪਾਰਦਰਸ਼ੀ ਅਸੀਂ ਜੀ, ਸਾਰਾ ਕੁਝ ਨੀਟ ਐਂਡ ਕਲੀਨ ਹੈਗਾ, ਤੇ ਫਿਰ ਜਦੋਂ ਹੁਣ ਜਿਵੇਂ ਆਪਾਂ ਆਹ ਮਸਲੇ ਤੇ ਦੇਖਦੇ, ਇੱਥੇ ਪਾਰਦਰਸ਼ਤਾ ਦੇਖੋ ਕਿੱਥੇ ਚਲੇ ਗਈ, ਇਹਨਾਂ ਦੀ ਖੰਭ ਲਾ ਕੇ ਉੱਡ ਗਈ ਕਿਤੇ। ਦੇਖੋ, ਬਾਕੀਆਂ ਦੇ ਤੁਸੀਂ ਆਪਣੀ ਅਸੈਸਮੈਂਟ ਲਾਉਣੀ ਆ, 7 ਕੈਂਡੀਡੇਟ ਚੋਂ ਕਿਹੜਾ ਚੁਣਨਾ। ਜੀ, ਇੱਕ ਦਾ ਤਾਂ ਸ਼ਰੇਆਮ ਪਤਾ ਨਾ, ਜਿੱਦਾਂ ਬੱਚੇ ਝੂਠ ਬੋਲਦੇ ਹੁੰਦੇ, ਇਸ ਤਰ੍ਹਾਂ ਬੋਲਿਆ ਉਹਨਾਂ ਨੇ। ਹਾਂਜੀ, ਫਿਰ ਉੱਥੇ ਜੋ ਕੁਝ ਹੋਇਆ ਪਿਛਲੇ 4 ਸਾਲਾਂ ਦੇ ਵਿੱਚ, ਆ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ। ਜਿਹੜੇ ਪਿਛਲੇ ਇਹਨਾਂ ਨੇ ਆ ਕੇ ਪਿਛਲੇ ਦਿਨੀ ਕਿਹਾ ਵੀ ਜਾਂਦੇ ਚੋਰ ਦੀ ਤੜਾਗੀ ਸਹੀ। ਹਾਂਜੀ, 50 ਜਿਹੜੀਆਂ ਐਪਲੀਕੇਸ਼ਨ ਇੱਕਦਮ ਪਹਿਲਾਂ ਅਪਰੂਵ ਕਰਨੀਆਂ, ਬਾਅਦ ਦੇ ਵਿੱਚ ਪ੍ਰੋਸੈਸ ਹੋਊਗਾ। ਹਾਂਜੀ, ਹੁਣ ਤੁਸੀਂ ਪਾਰਲੀਮੈਂਟ ਦੇ ਵਿੱਚ ਲਾ ਲਓ, ਤੁਸੀਂ ਕਹੇ ਕਿ ਜਸਟਿਨ ਟਰੂਡੋ ਆ ਕੇ ਕਹੇ ਆਹ ਕਾਨੂੰਨ ਪਾਸ ਕਰ ਦਿਓ, ਵੋਟਾਂ ਬਾਅਦ ਚ ਪਾਵਾਂਗੇ, ਇਹ ਕਦੇ ਪ੍ਰੋਸੀਜਰ ਹੋ ਨਹੀਂ ਸਕਦਾ। ਉੱਥੇ ਰੌਲਾ ਪੈਣਾ ਹੈ ਇਸ ਗੱਲ ਤੇ ਕਿ ਤੁਸੀਂ ਇਹ ਕਾਨੂੰਨ ਲਾਗੂ ਕਰ ਦਿਓ, ਬਾਅਦ ਦੇ ਵਿੱਚ ਵੋਟਾਂ ਪਾਵਾਂਗੇ ਹਾਊਸ ਆਫ ਕਾਮਨਸ ਵਿੱਚ।
ਜੀ ਬਾਅਦ ਚ ਸੁਣਵਾਈ ਹੋਗੀ, ਅਸੀਂ ਬਾਅਦ ਦੇ ਵਿੱਚ ਕਮੇਟੀ ਬਣਾਵਾਂਗੇ, ਕਮੇਟੀ ਡਿਸਾਈਡ ਕਰੂਗੀ ਇਹਦੇ ਹਰ ਇੱਕ ਜਿਹੜਾ ਹੈ ਇਹਨੂੰ ਬਿੱਲ ਨੂੰ ਚੰਗੀ ਤਰ੍ਹਾਂ ਦੇਖੂਗੀ। ਹਾਂਜੀ, ਪਰ ਪ੍ਰੋਸੀਜਰ ਨੂੰ ਤਾਂ ਫਾਲੋ ਕਰੋ ਨਾ ਜੀ। ਜੇ ਤੁਸੀਂ ਐਪਲੀਕੇਸ਼ਨਸ ਆਈਆਂ ਆ ਉਹਨਾਂ ਤੇ ਪਬਲਿਕ ਰਿਵਿਊ ਹੁੰਦਾ ਆ, ਪਬਲਿਕ ਨੂੰ ਬੋਲਣ ਦਾ ਚਾਂਸ ਮਿਲਦਾ ਆ, ਉਸ ਤੋਂ ਬਾਅਦ ਪ੍ਰੋਜ਼ ਐਂਡ ਕੌਨਸ ਦੇਖਦੇ ਆ। ਹਾਂ, ਸਾਨੂੰ ਇਹ ਪਤਾ ਹੈ ਜਿੱਧਰ ਮੈਜੋਰਟੀ ਹੋ ਗਈ ਉਧਰ ਜਾਣੀ ਹੈ, ਮੈਜੋਰਟੀ ਇਹਨਾਂ ਦੀ ਹੈਗੀ ਹੈ, ਪਰ ਇਸ ਤਰੀਕੇ ਨਾਲ ਜਿਹੜੀ ਮੈਜੋਰਟੀ ਯੂਜ਼ ਕਰ ਰਹੇ ਆ, ਹੁਣ ਚਾਂਸ ਹੈਗਾ ਤੁਹਾਡੇ ਤੋਂ ਲਾਸਟ ਟਾਈਮ, ਨਹੀਂ ਤਾਂ 4 ਸਾਲ ਤੁਹਾਡੇ ਆਹੇ ਕੁਝ ਹੋਣਾ ਜੋ ਪਿਛਲੇ 4 ਸਾਲ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਹੁਣ ਲੋਕਾਂ ਨੂੰ ਸੋਚਣਾ ਪੈਣਾ। ਜੇ ਉਹ ਹੁਣ ਵੀ ਨਹੀਂ ਸੋਚਣਗੇ ਤਾਂ ਫਿਰ ਅਗਲੇ ਜਿਹੜੇ 4 ਸਾਲ ਹੈਗੇ ਆ ਉਹਦੇ ਲਈ ਵੀ ਤਿਆਰ ਹੋ ਜਾਣ, ਇਸੇ ਤਰ੍ਹਾਂ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਰਹੂਗੀ। ਡਾਕਟਰ ਸਾਹਿਬ, ਗੱਲ ਕਰਦੇ ਆ ਹੁਣ ਇਮੀਗ੍ਰੇਸ਼ਨ ਦੀ। ਜਦੋਂ ਐਪਲੀਕੇਸ਼ਨ ਅਪਲਾਈ ਕਰਦੇ ਆ ਤਾਂ ਉਹਦੇ ਵਿੱਚ ਕਈ ਵਾਰੀ ਕਈ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਗਲਤ ਹੋ ਜਾਂਦੀ ਆ, ਜਾਂ ਫਿਰ ਕਈ ਲੋਕੀ ਚਲੋ ਇੰਟੈਂਸ਼ਨਲੀ ਕਰਦੇ ਹੋਣੇ ਥੋੜੇ ਜਿਹੇ, ਪਰ ਜਦੋਂ ਇਹ ਕਹਿ ਦਿੰਦੇ ਨੇ ਕਿ ਮਿਸ ਰੈਪਰੈਜ਼ੈਂਟੇਸ਼ਨ ਹੋਈ ਆ, ਮਿਸ ਰੈਪਰੈਜ਼ੈਂਟੇਸ਼ਨ ਦਾ ਭਾਵ ਕੀ ਹੁੰਦਾ? ਇਹਦੇ ਵਿੱਚ ਇਹ ਸਾਨੂੰ ਡਿਟੇਲ ਦੱਸੋ ਕਿ ਇਹਦਾ ਮਤਲਬ ਕੀ ਹੁੰਦਾ? ਦੇਖੋ, ਮਿਸ ਰੈਪਰੈਜ਼ੈਂਟੇਸ਼ਨ ਜਿਹੜਾ ਬੜਾ ਅੱਛਾ ਸ਼ਬਦ ਢੂੰਡਿਆ ਇਹਨਾਂ ਨੇ, ਪੀਆਰ ਵਾਲਿਆਂ ਨੇ, ਸਿੱਧੇ ਸ਼ਬਦਾਂ 'ਚ ਵੀ ਝੂਠ ਬੋਲਿਆ। ਤੂੰ ਆਪਣੀ ਐਪਲੀਕੇਸ਼ਨ ਤੇ ਤੁਸੀਂ ਝੂਠ ਬੋਲਿਆ। ਹਾਂਜੀ, ਝੂਠ ਬੋਲਿਆ ਸ਼ਬਦ ਨਹੀਂ ਯੂਜ਼ ਕਰਦੇ, ਮਿਸ ਰੈਪਰੈਜ਼ੈਂਟੇਸ਼ਨ। ਹਾਂਜੀ, ਕਿ ਤੁਸੀਂ ਕੋਈ ਨਾ, ਹੁਣ ਜਿੱਦਾਂ ਫੈਮਿਲੀ ਐਪਲੀਕੇਸ਼ਨ ਅਸੀਂ ਕਰਦੇ ਹਾਂ, ਤੁਸੀਂ ਅਕਸਰ ਸੁਣਦੇ ਆ ਉਹ ਕਹਿਣਗੇ ਆ ਸਾਡੀ ਮਾਸੀ ਦਾ ਮੁੰਡਾ ਵੀ ਅਸੀਂ ਆਪਣਾ ਹੀ ਬਣਾ ਕੇ ਲੈ ਆਂਦਾ ਸੀ। ਹਾਂਜੀ, ਉਹ ਮਿਸ ਰੈਪਰੈਜ਼ੈਂਟੇਸ਼ਨ ਹੈ ਵੀ ਤੁਹਾਡੀ ਫੈਮਿਲੀ ਤਾਂ ਮੈਂਬਰ ਹੈ ਨਹੀਂ, ਹਾਂਜੀ, ਤੁਸੀਂ ਉਹਨੂੰ ਨਾਲ ਲੈ ਆਂਦਾ। ਅੱਛਾ, ਨਹੀਂ ਫੜੇਗਾ ਜੁਦੀ ਗੱਲ ਹੈ, ਜੇ ਫੜੇ ਜਾਂਦੇ 5 ਸਾਲ ਦੀ ਬੈਨ ਲਾ ਦਿੰਦੇ ਆ। ਹਾਂਜੀ, ਤਾਂ ਉਸ ਤੋਂ ਬਾਅਦ ਫੇਰ ਐਪਲੀਕੇਸ਼ਨ ਕਰੋ, ਫੇਰ ਉਹ ਸ਼ੱਕ ਕਰਦੇ ਆ ਵੀ ਇਹਨਾਂ ਨੂੰ ਪਹਿਲਾਂ ਮਿਸ ਰੈਪਰੈਜ਼ੈਂਟੇਸ਼ਨ ਦੇ ਵਿੱਚ ਫੜਿਆ ਸੀ, ਹੁਣ ਤਾਂ ਨਹੀਂ ਕੋਈ ਮਿਸ ਰੈਪਰੈਜ਼ੈਂਟੇਸ਼ਨ ਕਰ ਜੀ। ਫਿਰ ਤੁਸੀਂ ਆਪਣੀ ਉਮਰ ਗਲਤ ਲਿਖੀ ਹੋਣੀ, ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਝੂਠ ਬੋਲਿਆ ਹੋਵੇ, ਜਿਵੇਂ ਕੋਈ ਸਰਟੀਫਿਕੇਟ ਨਕਲੀ ਲਾਤਾ ਕਿਸੇ ਨੇ ਜੀ। ਮੈਂ ਕੇਸ ਦੇਖਿਆ ਜਿੱਥੇ ਆਮ ਜਦੋਂ ਪਹਿਲਾਂ ਆਉਂਦੇ ਸੀ ਇੱਥੇ ਪੁਆਇੰਟ ਸਿਸਟਮ ਤੇ ਨਾ, ਤਾਂ ਇੱਕ ਲੜਕੀ ਨੇ BA ਕੀਤੀ ਹੈ ਹਿਸਟਰੀ ਦੇ ਵਿੱਚ ਪਹਿਲਾਂ, ਉਸ ਤੋਂ ਬਾਅਦ ਉਹਨੂੰ ਦਵਾਤਾ ਕੋਈ ਸਿਵਲ ਇੰਜੀਨੀਅਰ ਦਾ ਡਿਪਲੋਮਾ। ਹਿਸਟਰੀ 'ਚ BA ਕਰਨ ਤੋਂ ਬਾਅਦ ਇੰਜੀਨੀਅਰਿੰਗ ਵਾਲੀ ਸਾਈਡ ਉਹਨੂੰ ਡਿਪਲੋਮਾ ਦਵਾਤਾ ਸਿਵਲ ਇੰਜੀਨੀਅਰਿੰਗ ਦਾ ਜੀ। ਉਹਨੂੰ ਸਰਟੀਫਿਕੇਟ ਲੈਤਾ ਹੋਣਾ, ਉੱਥੇ ਮਿਲ ਜਾਂਦੇ ਆ, ਕੋਈ ਵੱਡੀ ਗੱਲ ਨਹੀਂ। ਤੇ ਫਿਰ ਕਿਸੇ ਫਰਮ ਤੋਂ ਨਾਲ ਇੱਕ ਐਕਸਪੀਰੀਅੰਸ ਦਾ 5 ਸਾਲ ਦੇ ਐਕਸਪੀਰੀਅੰਸ ਦਾ ਲੈਟਰ ਲੈਤਾ। ਅੱਛਾ, ਉਹਦੇ ਪੁਆਇੰਟ ਤਾਂ ਪੂਰੇ ਹੁੰਦੇ ਆ, ਪਰ ਉਹ ਤੋਂ ਬਾਅਦ ਚਾਰਜ ਲਾਤਾ ਉਹਨਾਂ ਨੇ ਚਾਰਜ ਲਾਤਾ ਵੀ ਇਹਨੇ ਪਹਿਲੀ ਤਾਂ ਗੱਲ ਇਹਨੇ ਇੰਜੀਨੀਅਰਿੰਗ ਕੀਤੀ ਨਹੀਂ। ਉਹਨੂੰ ਇੰਟਰਵਿਊ ਕੀਤਾ, ਉਹਨੂੰ ਕੱਖ ਨਹੀਂ ਸੀ ਪਤਾ ਵੀ ਸਿਵਲ ਇੰਜੀਨੀਅਰਿੰਗ ਦੇ ਵਿੱਚ ਜਿਹੜਾ ਆਫਿਸਰ ਆ ਉਹਨੂੰ ਟ੍ਰੇਨਡ ਏਦਾਂ ਕਰਦੇ ਆ, ਬਾਅਦ ਦੇ ਵਿੱਚ ਕੁਛ ਨਾ ਕੁਛ ਸਵਾਲ ਉਹਨੇ ਉਹ ਕਰਨੇ ਆ ਜਿਹੜੇ ਉਹ ਸਿਵਲ ਇੰਜੀਨੀਅਰ ਨੂੰ ਪਤਾ ਹੋਣੇ ਚਾਹੀਦੇ ਆਮ ਨੂੰ। ਹਾਂਜੀ, ਤੇ ਉਹਨੇ ਜਦੋਂ ਸਵਾਲ ਕੀਤੇ ਉਹਦੇ ਤੌਰ ਭੜ ਵਰਗ ਜਿਹੜੀ ਹਿਸਟਰੀ ਦੀ BA ਕੀਤੀ ਆ ਉਹਨੂੰ ਸਿਵਲ ਇੰਜੀਨੀਅਰਿੰਗ ਦਾ ਕੀ ਪਤਾ ਹੈ। ਹਾਂਜੀ, ਤੇ ਕਿਹੜਾ ਕੰਮ ਕਰਦੇ, ਕਿੱਥੇ ਕਰਦੇ, ਕਿੱਦਾਂ ਦਾ, ਕੌਣ ਸੁਪਰਵਾਈਜ਼ਰ ਸੀ, ਕੀ ਪ੍ਰੋਜੈਕਟ ਸੀ। ਹਾਂਜੀ, ਤੇ ਇਹ ਚਲੋ ਫੜ ਹੋ ਗਿਆ। ਕਿਸੇ ਦੇ ਆਮ ਇਮੀਗ੍ਰੇਸ਼ਨ ਕੰਸਲਟੈਂਟ ਏਦਾਂ ਕਹਿੰਦੇ ਆ ਵੀ ਜੇ ਇੱਕ ਮੇਰਾ ਕੇਸ ਸੀ ਏਦਾਂ, ਮੈਂ ਉਹਨਾਂ ਨੂੰ ਲੈ ਆਇਆ ਸੀ, ਹੋ ਸਕਦਾ ਇੱਕ ਏਦਾਂ ਦਾ ਹੋਵੇ ਤਾਂ 10 ਹੋਰ ਫਸ ਗਏ ਹੁਣ ਜੀ। ਤੁਸੀਂ ਜਿਹੜੀਆਂ ਜਦੋਂ ਮਿਸ ਰੈਪਰੈਜ਼ੈਂਟੇਸ਼ਨ ਨਜ਼ਰ ਆਉਂਦੀ ਹੈ ਨਾ ਕਿਸੇ ਇਮੀਗ੍ਰੇਸ਼ਨ ਆਫਿਸਰ ਨੂੰ ਜਾਂ CBSA ਵਾਲੇ ਨੂੰ, ਉਹ ਪਹਿਲਾਂ ਸਭ ਤੋਂ ਪਹਿਲਾਂ ਭੇਜਦੇ ਆ ਪ੍ਰੋਸੀਜਰਲ ਫੇਅਰਨੈਸ ਦਾ ਤੁਹਾਨੂੰ ਲੈਟਰ ਭੇਜਦੇ ਆ। ਇਹ ਲਾਅ ਕਹਿੰਦਾ ਕੈਨੇਡਾ ਦਾ ਕਿ ਤੁਸੀਂ ਪ੍ਰੋਸੀਜਰਲ ਫੇਅਰਨੈਸ ਲਈ ਲੈਟਰ ਭੇਜੋ। ਤੇ ਉਸ ਲੈਟਰ ਦੇ ਵਿੱਚ ਹੁੰਦਾ ਕੀ ਆ? ਉਹ 'ਚ ਪੁੱਛਦੇ ਆ ਵੀ ਤੁਸੀਂ ਆਹ ਕਲੇਮ ਕੀਤਾ ਆ ਤੇ ਤੁਸੀਂ ਇਹ ਦੱਸ ਸਕਦੇ ਵੀ ਆਹ ਬੰਦਾ ਫੈਮਿਲੀ ਦਾ ਮੈਂਬਰ ਹੈ, ਕਿੱਦਾਂ ਮੈਂਬਰ ਆ। ਇਹ ਤੇ ਸਾਨੂੰ ਇਹਨਾਂ ਦੀ ਉਮਰ ਦਾ ਫਰਕ ਪੂਰਾ ਨਹੀਂ ਲੱਗਦਾ, ਸਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਤੁਹਾਡੀ ਫੈਮਿਲੀ ਦਾ ਮੈਂਬਰ ਨਹੀਂ ਆ, ਕਿਉਂਕਿ ਤੁਹਾਡੇ ਜਿਹੜਾ ਪਹਿਲਾਂ ਜਿਹਨੇ ਸਪਾਂਸਰ ਕੀਤਾ ਉਹਨੇ 4 ਭਰੇ ਆ, ਤੁਸੀਂ 5 ਭਰੇ ਆ। ਹਾਂਜੀ, ਕਈ ਵਾਰ ਏਦਾਂ ਵੀ ਹੁੰਦਾ ਨਾ, ਤੁਸੀਂ ਉਹਨਾਂ ਦੇ ਕੋਲ ਸਾਰੀਆਂ ਫਾਈਲ ਅੱਜ ਕੱਲ ਤਾਂ ਕੰਪਿਊਟਰਾਈਜ਼ ਹੈ ਨਾ ਜੀ, ਉਹ ਦੇਖਦੇ ਕਿ ਜਿਹੜਾ ਬੰਦਾ ਪਹਿਲਾਂ ਆਇਆ ਸੀ ਜਿਹਨੇ ਸਪਾਂਸਰ ਕੀਤੇ ਬੰਦੇ, ਉਦੋਂ ਇਹਦੇ ਫੈਮਿਲੀ ਦੇ 4 ਮੈਂਬਰ ਸੀ ਤੇ ਹੁਣ 5 ਹੋ ਗਏ। ਹੋ ਸਕਦਾ ਜੰਗ ਫੈਮਿਲੀ ਦੇ ਵਿੱਚ ਬੱਚਾ ਪੈਦਾ ਹੋ ਜਾਵੇ,
ਪਰ ਜਿਹੜੇ ਉਸ ਵੇਲੇ 30 ਸਾਲਾਂ ਦੇ ਸੀ ਬੱਚੇ, ਉਹਨਾਂ ਦੇ ਫੇਰ ਬੱਚਾ ਕਿੱਦਾਂ ਹੋ ਗਏ ਜੀ। ਸੋ ਇਸ ਕਰਕੇ ਉਹ ਬੰਦਾ, ਪਰ ਉਹ ਇਦਾਂ ਨਹੀਂ ਕਹਿੰਦੇ ਕਿ ਤੁਸੀਂ ਦੋਸ਼ੀ ਹੈ ਪਹਿਲੇ ਲੈਟਰ ਦੇ ਵਿੱਚ। ਉਹ ਕਹਿੰਦੇ ਕਿ ਇਹ ਮਿਸ ਰੈਪਰੈਜ਼ੈਂਟੇਸ਼ਨ ਦਾ ਤੁਹਾਡੇ ਤੇ ਚਾਰਜ ਆ, ਤੁਸੀਂ ਜਸਟੀਫਾਈ ਕਰੋ ਵੀ ਇਹ 5 ਬੰਦੇ ਕਿੱਦਾਂ ਹੋ ਗਏ। ਮੌਕਾ ਦਿੰਦੇ ਆ ਤੁਹਾਨੂੰ ਐਕਸਪਲੇਨ ਕਰਨ ਦਾ। ਪ੍ਰੋਸੀਜਰਲ ਫੇਅਰਨੈਸ ਇਹਨੂੰ ਕਹਿੰਦੇ ਆ ਜੀ। ਤੇ ਉਸ ਵੇਲੇ ਉਹਨੂੰ ਲੈਟਰ ਨੂੰ ਜਿਹੜਾ ਆ ਉਹ ਲਾਈਟਲੀ ਨਹੀਂ ਲੈਣਾ ਚਾਹੀਦਾ। ਲੀਗਲ ਐਡਵਾਈਸ ਉਦੋਂ ਹੀ ਲੈਣੀ ਚਾਹੀਦੀ ਆ ਜਾਂ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਨੌਲੇਜ ਇੰਨੀ ਆ ਕਿ ਤੁਸੀਂ ਉਹਦਾ ਲੀਗਲ ਜਵਾਬ ਦੇਣਾ ਹੈ, ਜਿਹੜਾ ਜਵਾਬ ਦੇਵੇ ਕਿ ਤੁਹਾਨੂੰ ਹੀ ਭੁਲੇਖਾ ਪੈਂਦਾ ਸਾਡੇ ਕੋਲ ਆਹ ਡਾਕੂਮੈਂਟ ਜਿਹੜੇ ਪ੍ਰੂਫ ਕਰਦੇ ਆ ਵੀ ਸਾਡੀ ਫੈਮਿਲੀ ਦਾ ਮੈਂਬਰ ਹੈ। ਹਾਂਜੀ। ਇਹ ਗੱਲ ਤੁਹਾਨੂੰ ਇਹ ਯਾਦ ਰੱਖਣੀ ਚਾਹੀਦੀ ਕਿ ਉਹ ਜਿਹੜੀ ਪ੍ਰੋਸੀਜਰਲ ਫੇਅਰਨੈਸ ਦਾ ਤੁਸੀਂ ਭੇਜਣਾ ਹੈ ਲੈਟਰ ਨਾ, ਉਹ ਬਾਅਦ ਦੇ ਵਿੱਚ ਹੋ ਸਕਦਾ ਤੁਹਾਡੇ ਕੋਰਟ ਦੇ ਵਿੱਚ ਕੰਮ ਆਵੇ, ਕਿਉਂਕਿ ਕੋਰਟ ਦੇ ਵਿੱਚ ਵੀ ਉਹ ਪੇਸ਼ ਹੋਣਾ। ਹੋ ਸਕਦਾ ਉਹਨੇ ਦੁਬਾਰਾ ਇਮੀਗ੍ਰੇਸ਼ਨ ਆਫੀਸਰ ਕਹਿੰਦਾ ਕਿ ਨਹੀਂ ਮੈਂ ਪੜ੍ਹ ਲਿਆ ਤੁਹਾਡੀ ਪ੍ਰੋਸੀਜਰਲ ਫੇਅਰਨੈਸ ਦੀ ਲੈਟਰ, ਪਰ ਉਹਦੇ 'ਚ ਕੋਈ ਸਪੋਰਟਿੰਗ ਡਾਕੂਮੈਂਟ ਨਹੀਂ, ਐਵੇਂ ਦਲੀਲਾਂ ਆ, ਮੈਂ ਹਜੇ ਵੀ ਰਿਜੈਕਟ ਕਰਾਂ। ਜਦੋਂ ਉਹ ਰਿਜੈਕਟ ਕਰਤੀ, ਐਪਲੀਕੇਸ਼ਨ ਰਿਜੈਕਟ ਕਰਤੀ, ਫਿਰ ਤੁਸੀਂ 5 ਸਾਲ ਲਈ ਅਪਲਾਈ ਨਹੀਂ ਕਰ ਸਕਦੇ। ਹਾਂਜੀ, ਬੈਨ ਲੱਗ ਜਾਂਦਾ। ਬੈਨ ਲੱਗ ਜਾਂਦਾ। ਅੱਛਾ, ਹੁਣ ਤੁਸੀਂ ਜਾਣਾ ਚਾਹੁੰਦੇ ਆ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਜਿਹੜਾ ਕੁਝ ਤੁਸੀਂ ਫੇਰ ਦੁਬਾਰਾ ਲਿਖਿਆ ਉਹ ਵੀ ਪੇਸ਼ ਕੀਤਾ ਜਾਣਾ, ਕਿਉਂਕਿ ਸਾਰੀ ਫਾਈਲ ਉਹਨਾਂ ਦੇ ਮੂਹਰੇ ਪਈ ਹੋਣੀ। ਹਾਂਜੀ। ਤੁਸੀਂ ਫੈਡਰਲ ਕੋਰਟ ਦੇ ਵਿੱਚ ਅਪਲਾਈ ਕਰ ਸਕਦੇ ਆ, ਅਪੀਲ ਕਰ ਸਕਦੇ ਆ। ਹੁਣ ਫੈਡਰਲ ਕੋਰਟਸ ਨੇ ਪ੍ਰੋਸੀਜਰਲ ਮਿਸ ਰੈਪਰੈਜ਼ੈਂਟੇਸ਼ਨ ਤੇ ਜਿਹੜੀਆਂ ਰੂਲਿੰਗ ਦਿੱਤੀਆਂ, ਉਹਨਾਂ ਤੇ ਇੱਕ ਕ੍ਰਾਈਟੀਰੀਅਨ ਵਰਤਿਆ ਉਹਨਾਂ ਨੇ, ਮਾਪਦੰਡ ਜਿਹਨੂੰ ਕਹਿੰਦੇ। ਹਾਂਜੀ। ਕਿ ਅਸੀਂ ਕੇਸ ਕਸਵੱਟੀ ਤੇ ਫੈਸਲਾ ਕਰਦੇ ਹਾਂ ਜੀ। ਕਸਵੱਟੀ ਕੀ ਆ? ਸ਼ਬਦ ਹੈ ਇੱਕ ਮੈਂਜ਼ਰੀਆ। ਹਾਂਜੀ। ਇਹ ਲੈਟਿਨ ਲਤੀਨੀ ਭਾਸ਼ਾ ਦਾ, ਇਹਦਾ ਮਤਲਬ ਹੈਗਾ ਆ ਕ੍ਰਿਮੀਨਲ ਇੰਟੈਂਟ। ਸਾਡੇ ਪਹਿਲਾਂ ਮੇਰਾ ਆਮ ਕ੍ਰਿਮੀਨਲ ਕੇਸਸ ਦੇ ਵਿੱਚ ਵੀ ਇਹ ਕਹਿੰਦੇ ਹੁੰਦੇ ਵੀ ਇਹਦਾ ਇਰਾਦਾ ਕੀ ਸੀ ਜੀ। ਇਰਾਦਾ ਜ਼ੁਲਮ ਕਰਨ ਦਾ, ਗਲਤ ਝੂਠ ਬੋਲਣ ਦਾ ਸੀ ਜਾਂ ਨਹੀਂ ਸੀ। ਜਿੱਦਾਂ ਮਿਸਾਲ ਦੇ ਰਿਹਾ ਮੈਂ, ਮਿਸਾਲ ਦੇ ਤੌਰ ਤੇ ਤੁਹਾਨੂੰ ਇੱਕ ਸਿਟੀਜ਼ਨਸ਼ਿਪ ਲਈ 1095 ਦਿਨ ਚਾਹੀਦੇ ਆ 50 ਸਾਲਾਂ ਦੇ ਵਿੱਚੋਂ। ਹੁਣ ਤੁਸੀਂ ਲਿਖ ਦਿੱਤਾ ਕਿ 1350 ਦਿਨ ਆ, ਉਹਦੇ ਵਿੱਚ ਤੁਹਾਨੂੰ ਮਟੀਰੀਅਲ ਬੈਨੀਫਿਟ ਹੋ ਗਿਆ। ਹਾਂਜੀ। ਕਿਉਂਕਿ ਹੁਣ ਸਿਟੀਜ਼ਨਸ਼ਿਪ ਮਿਲ ਗਈ ਤੁਹਾਨੂੰ। ਇਹ ਮੈਂਜ਼ਰੀਆ ਇਸ ਤਰ੍ਹਾਂ ਦੇਖਦੇ ਆ ਕਿ ਇਹਨੂੰ ਮਟੀਰੀਅਲ ਬੈਨੀਫਿਟ ਹੋਇਆ ਕਿ ਨਹੀਂ ਹੋਇਆ। ਮਟੀਰੀਅਲ ਬੈਨੀਫਿਟ ਹੋ ਗਿਆ ਜਦੋਂ ਤੁਸੀਂ 1350 ਦਿਨ ਲੱਗਦੇ। ਤੁਸੀਂ ਉਹਨੂੰ ਬਾਅਦ 'ਚ ਨਹੀਂ ਕਹਿ ਸਕਦੇ ਮੈਂ ਮਿਸਕੈਲਕੂਲੇਸ਼ਨ ਕੀਤੀ ਹੈ। ਉਹ ਕਹਿੰਦੇ ਕਿ ਗਲਤੀ ਕਰਨ ਤੇ ਤੁਸੀਂ ਕਹਿ ਦਿਓ, ਪਰ ਤੁਸੀਂ ਸਾਨੂੰ ਪੇਸ਼ ਕੀਤਾ, ਇਹ ਤੁਹਾਡੇ ਤੇ ਆ, ਤੁਸੀਂ ਸਾਈਨ ਥੱਲੇ ਕੀਤੇ ਆ, ਤੁਸੀਂ ਗਿਣ ਕੇ ਕਰੋ। ਹਾਂਜੀ। ਅਸੀਂ ਤੁਹਾਨੂੰ ਕੈਲਕੂਲੇਟਰ ਵੀ ਦਿੱਤਾ ਹੈ ਜੀ, ਤੁਸੀਂ ਉਹ ਯੂਜ਼ ਕਰੋ ਔਰ ਉਹਦੇ ਤੇ ਜਿੰਨੇ ਬਣਦੇ ਦਿਨ ਆ ਉਹ ਸਾਨੂੰ ਦੱਸੋ ਜੀ। ਵੈਸੇ ਵੀ ਡਾਕਟਰ ਸਾਹਿਬ ਉਹ ਆਨਲਾਈਨ ਕੈਲਕੂਲੇਟਰ ਉਹਨੇ ਐਗਜ਼ੈਕਟਲੀ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਦੇਣਾ, ਕਰਕੇ ਦਿੱਤਾ ਹੁੰਦਾ। ਹਾਂਜੀ। ਅੱਛਾ, ਜੇ ਉਹਦੇ ਵਿੱਚ ਮਟੀਰੀਅਲ ਬੈਨੀਫਿਟ ਹੈ ਨਹੀਂ ਤੁਹਾਨੂੰ ਕੋਈ ਨਾ, ਤੇ ਜੇ ਫਾਰ ਐਗਜ਼ਾਮਪਲ ਤੁਹਾਡੇ ਟੋਟਲ ਤੁਸੀਂ 5 ਸਾਲ ਕਿਤੇ ਗਏ ਹੀ ਨਹੀਂ, ਲੈਟਸ ਸੇ ਵੀ 5 ਸਾਲ ਤੁਸੀਂ ਇੱਥੇ ਆ ਗਏ ਤਾਂ ਮੁੜ ਕੇ ਕਿਤੇ ਗਏ ਹੀ ਨਹੀਂ, ਸੋ 1095 ਦਿਨ ਤਾਂ ਬਣਦੇ ਹੀ ਬਣਦੇ ਆ। ਹਾਂਜੀ। ਅੱਛਾ, ਤੁਸੀਂ 1460 ਦਿਨ ਲਿਖ ਦਿੱਤੇ, ਹੁਣ ਇਹ ਵੀ ਮਿਸ ਰੈਪਰੈਜ਼ੈਂਟੇਸ਼ਨ ਹੈ ਜੀ ਵੈਸੇ ਤਾਂ। ਹਾਂਜੀ। ਪਰ ਇਹਦੇ ਚ ਤੁਹਾਨੂੰ ਮਟੀਰੀਅਲ ਬੈਨੀਫਿਟ ਤਾਂ ਕੋਈ ਨਹੀਂ ਹੈ ਜੀ। ਮਟੀਰੀਅਲ ਬੈਨੀਫਿਟ ਤਾਂ ਤੁਹਾਨੂੰ ਹੋਣਾ ਜੇ ਝੂਠ ਬੋਲੇ ਤੇ। ਹਾਂਜੀ। ਇਹਦੇ ਵਿੱਚ ਤੁਸੀਂ ਕਿਤੇ ਗਏ ਨਹੀਂ ਜੀ, ਪਰ ਉਹਦੇ ਵਿੱਚ ਕੋਈ ਮਟੀਰੀਅਲ ਬੈਨੀਫਿਟ ਨਹੀਂ। ਇਹ ਮਿਸ ਕੈਲਕੂਲੇਸ਼ਨ ਹੈ। ਇਹ ਸਮਝ ਜਾਂਦਾ ਫਿਰ ਬੰਦਾ, ਉਹ ਕਹਿਣਗੇ ਠੀਕ ਹੈ ਤੂੰ ਮਿਸ ਕੈਲਕੂਲੇਸ਼ਨ ਕੀਤੀ ਕਿਉਂਕਿ 5 ਸਾਲ ਤਾਂ ਤੂੰ ਕਿਤੇ ਗਿਆ ਹੀ ਨਹੀਂ। ਹਾਂਜੀ। ਤੂੰ 1 ਸਾਲ ਕਾਊਂਟ ਹੀ ਨਹੀਂ ਕੀਤਾ, ਤੇਰੇ ਤਾਂ 365 ਦਿਨ ਹੋਰ ਵੀ ਇਹਦੇ ਵਿੱਚ ਐਡ ਹੋਣੇ ਚਾਹੀਦੇ ਸੀ। ਹਾਂਜੀ। ਚਾਹੇ ਗਲਤੀ ਤਾਂ ਕੀਤੀ ਹੈ, ਪਰ ਗਲਤੀ ਕਰਨ ਦੇ ਵਿੱਚ ਤੈਨੂੰ ਕੋਈ ਫਾਇਦਾ ਨਹੀਂ ਹੋਇਆ, ਤੈਨੂੰ ਵੈਸੇ ਹੀ ਜਿਹੜੀ ਹੈ ਸਿਟੀਜ਼ਨਸ਼ਿਪ ਮਿਲ ਜਾਣੀ ਚਾਹੀਦੀ ਸੀ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਹੁਣ ਇਹ ਮਿਸ ਰੈਪਰੈਜ਼ੈਂਟੇਸ਼ਨ ਦੀ ਗੱਲ ਕੀਤੀ ਸੀ, ਕਈ ਵਾਰੀ ਜਿੱਦਾਂ ਲੋਕੀ ਪਹਿਲਾਂ ਅਪਲਾਈ ਕਰਦੇ ਉਹਨਾਂ ਦਾ ਰਿਫਿਊਜ਼ ਹੋ ਜਾਂਦਾ, ਫਿਰ ਉਹ ਦੁਬਾਰਾ ਅਪਲਾਈ ਕਰਦੇ, ਉਹਦੇ ਚ ਕੁਐਸਚਨ ਪੁੱਛਿਆ ਹੁੰਦਾ ਨਾ ਕਿ ਦੁਬਾਰਾ ਪਹਿਲਾਂ ਕਿਤੇ ਅਪਲਾਈ ਕੀਤਾ ਸੀ, ਕਈ ਲੋਕੀ ਉੱਥੇ ਨੋ ਲਿਖ ਦਿੰਦੇ ਆ ਕਿ ਇਹਨੂੰ ਵੀ ਆਪਾਂ ਮਿਸ ਰੈਪਰੈਜ਼ੈਂਟੇਸ਼ਨ ਦੇ ਵਿੱਚ ਲੈ ਕੇ ਆਉਂਦੇ। ਇਹ ਵੀ ਮਿਸ ਰੈਪਰੈਜ਼ੈਂਟੇਸ਼ਨ ਆ। ਨਾਟ ਓਨਲੀ ਵੀ ਜੇ ਤੁਸੀਂ ਕੈਨੇਡਾ ਨੂੰ ਆਉਣਾ ਆ
ਪਹਿਲਾਂ ਅਪਲਾਈ ਕੀਤਾ ਰਿਜੈਕਟ ਕਰ ਦਿੱਤੇ ਉਹਨਾਂ ਨੇ, ਤੁਸੀਂ ਲਿਖੋ ਅਸੀਂ ਹਾਂ ਇਹਨਾਂ ਨੇ ਕੀਤਾ, ਅਸੀਂ ਅਪਲਾਈ ਕੀਤਾ ਸੀ, ਰਿਜੈਕਟ ਹੋ ਗਿਆ ਸੀ। ਤੁਹਾਨੂੰ ਪੂਰਾ ਵੇਰਵਾ ਦੇਣਾ ਚਾਹੀਦਾ ਜੋ ਪੁੱਛਿਆ ਗਿਆ, ਕਿਉਂਕਿ ਉਹਨਾਂ ਦੇ ਕੋਲ ਕੰਪਿਊਟਰ ਦੇ ਵਿੱਚ ਤੁਸੀਂ ਪਹਿਲਾਂ ਜਦੋਂ ਅਪਲਾਈ ਕੀਤਾ ਉਹ ਵੀ ਆ। ਹਾਂਜੀ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸਾਹਮਣੇ ਆ। ਫਿਰ ਉਹ ਪੁੱਛਦੇ ਆ ਕਿ ਕਿਸੇ ਹੋਰ ਦੇਸ਼ ਲਈ ਅਪਲਾਈ ਕੀਤਾ ਸੀ। ਹਾਂਜੀ, ਉਹ ਵੀ ਤੁਹਾਨੂੰ ਸੱਚਾਈ ਦੇ ਤੌਰ ਤੇ ਲਿਖਣਾ ਚਾਹੀਦਾ, ਹਾਂ ਇੰਗਲੈਂਡ ਲਈ ਅਪਲਾਈ ਕੀਤਾ ਸੀ, ਉੱਥੋਂ ਰਿਜੈਕਟ ਹੋ ਗਿਆ, ਕੋਈ ਗੱਲ ਨਹੀਂ, ਰਿਜੈਕਟ ਹੋ ਗਿਆ, ਉਹ ਉਹਨਾਂ ਦਾ ਮਾਮਲਾ ਹੈ। ਕਿਉਂਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਹੋਣ ਵਾਲੀ ਆ ਉਹ ਇਸੇ ਕਰਕੇ ਉਹਨਾਂ ਨੇ ਦੇਖਣੀ ਕਸਵੱਟੀ ਤੇ ਕਿ ਇਹਦੇ ਵਿੱਚ ਸਾਰੇ ਡਾਕੂਮੈਂਟਸ ਪੂਰੇ ਆ। ਹਾਂਜੀ, ਤੁਸੀਂ ਰੈਗੂਲੇਸ਼ਨ ਜੋ ਕਹਿੰਦੇ ਆ ਉਹਨਾਂ ਨੂੰ ਪੂਰਾ ਕਰਦੇ ਆ, ਜੇ ਪੂਰਾ ਕਰਦੇ ਆ ਠੀਕ ਹੈ ਜੀ, ਤੁਹਾਨੂੰ ਵੀਜ਼ਾ ਮਿਲ ਜਾਊਗਾ। ਮਿਸ ਰੈਪਰੈਜ਼ੈਂਟੇਸ਼ਨ ਛੋਟੀਆਂ ਗੱਲਾਂ ਤੇ ਕਰਦੇ ਆ, ਬਿਲਕੁਲ ਜਿਹਦਾ 730 ਦਿਨ ਆ ਹੁਣ PR ਦੇ। ਹਾਂਜੀ, 5 ਸਾਲਾਂ ਚੋਂ ਤੁਸੀਂ 730 ਦਿਨ ਇੱਥੇ ਹੋਣੇ ਚਾਹੀਦੇ। ਹਾਂਜੀ, ਉਹਨਾਂ ਨੂੰ ਨਹੀਂ ਪ੍ਰਵਾਹ ਕਿ ਬਾਕੀ 3 ਸਾਲ ਤੁਸੀਂ ਕਿੱਥੇ ਆ। ਇਹਨਾਂ ਦੇ ਵਿੱਚ ਕਈ ਵਾਰੀ ਬੰਦੇ 2 ਦਿਨ ਹੋਰ ਐਡ ਕਰ ਦਈਏ, 3 ਦਿਨ ਹੋਰ ਐਡ ਕਰ ਦਈਏ। ਹਾਂਜੀ, ਤੁਸੀਂ ਅਪਲਾਈ ਕਰਨ ਨੂੰ ਜਦੋਂ ਜ਼ਰੂਰੀ ਤਾਂ ਨਹੀਂ ਵੀ 5 ਸਾਲਾਂ ਬਾਅਦ ਜਦੋਂ ਤੁਹਾਡਾ ਐਕਸਪਾਇਰ ਹੋ ਗਿਆ ਨਾ PR, ਅਪਲਾਈ ਉਹ ਨਵਾਂ ਕਰਨ ਲਈ ਉਨੇ ਦਿਨ ਇੰਤਜ਼ਾਰ ਕਰ ਲਓ ਜਿੰਨਾ ਚਿਰ ਤੁਹਾਡੇ 730 ਦਿਨ ਪੂਰੇ ਨਹੀਂ ਹੁੰਦੇ। ਜੀ ਬਿਲਕੁਲ, ਤੁਹਾਨੂੰ ਲੋੜ ਹੀ ਨਹੀਂ ਪੰਗਾ ਲੈਣ ਦੀ। ਜੀ ਦੇਖੋ ਡਾਕਟਰ ਸਾਹਿਬ, ਜੇ ਤਾਂ ਆਪਾਂ ਚੰਗੀ ਤਰ੍ਹਾਂ ਪ੍ਰੋਸੀਜਰ ਨੂੰ ਫੋਲੋ ਕਰਦੇ ਆ, ਐਪਲੀਕੇਸ਼ਨ ਨੂੰ ਚੰਗੀ ਤਰ੍ਹਾਂ ਦੇਖ ਕੇ ਸਮਝ ਕੇ ਪੜ੍ਹਦੇ ਆ ਤੇ ਫਿਰ ਆਪਾਂ ਸਾਰੇ ਕੁਝ ਫਿਲ ਕਰਦੇ ਆ, ਫਿਰ ਤਾਂ ਠੀਕ ਆ। ਪਰ ਜੇ ਅਸੀਂ ਉਹਦੇ ਵਿੱਚ ਸੋਚਦੇ ਆ ਵੀ ਛੋਟੀ ਜੀ ਗੱਲ ਹੈਗੀ ਆ ਪਰ ਆਪਣੇ ਫਿਰ ਬੈਨ ਲੱਗ ਜਾਂਦਾ। ਹੁਣ ਤੁਸੀਂ ਆਪੇ ਦੇਖ ਲਓ ਕਿ 2015 ਤੋਂ ਲੈ ਕੇ 2021 ਦੇ ਦਰਮਿਆਨ ਭਾਰਤ ਤੋਂ ਸਿਰਫ 25,000 ਤੋਂ ਜ਼ਿਆਦਾ ਐਪਲੀਕੈਂਟਸ ਜਿਹੜੇ ਆ ਉਹਨਾਂ ਤੇ ਮਿਸ ਰੈਪਰੈਜ਼ੈਂਟੇਸ਼ਨ ਦੇ ਦੋਸ਼ ਲੱਗੇ ਆ। ਇਹ ਕਰਾਏ ਹੋਣੇ ਆ ਜਿਹੜੇ ਐਕਸਪਰਟ ਬੰਦੇ ਆਪਣੇ ਨੂੰ ਕਹਿੰਦੇ ਨਾ, ਕੰਸਲਟੈਂਟ। ਹਾਂਜੀ, ਇਹਨਾਂ ਨੇ ਕਰਾਏ ਹੁੰਦੇ ਆ, ਉਹ ਲਿਖਦੇ ਇਦਾਂ ਕੋਈ ਗੱਲ ਨਹੀਂ, ਪੜ੍ਹ ਦੋ, ਇਦਾਂ ਕੁਝ ਫਰਕ ਨਹੀਂ ਪੈਣਾ। ਅੱਛਾ, ਜਿਹੜੀ ਸਰਕਾਰ ਆ ਉਹ ਕਹਿੰਦੀ ਹੈ ਜਿਸ ਬੰਦੇ ਨੇ ਸਾਈਨ ਕੀਤੇ ਥੱਲੇ ਨਾ, ਹਾਂਜੀ, ਉਹ ਸਾਨੂੰ ਇਹ ਨਾ ਦੱਸੇ ਕਿ ਮੈਨੂੰ ਪਤਾ ਨਹੀਂ ਸੀ, ਮੈਨੂੰ ਤਾਂ ਕਿਸੇ ਨੇ ਕਹਿਤਾ। ਹਾਂਜੀ, ਕਿਸੇ ਨੇ ਕੁਝ ਕਹਿਤਾ, ਕਿਸੇ ਦੇ ਕਹੇ ਤੇ ਤੁਸੀਂ ਖੂਹ 'ਚ ਛਾਲ ਨਹੀਂ ਮਾਰਦੇ। ਜੀ, ਤੁਸੀਂ ਸਾਈਨ ਕੀਤੇ ਆ, ਤੁਸੀਂ ਰਿਸਪੌਂਸਿਬਲ ਹੈ, ਜ਼ਿੰਮੇਵਾਰੀ ਤੁਹਾਡੀ ਆ। ਹਾਂਜੀ, ਕੰਸਲਟੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ। ਜੀ, ਉਹ ਤੇ ਕੋਈ ਚਾਰਜ ਨਹੀਂ ਲੱਗਣਾ। ਹਾਂਜੀ, ਹਾਂ, ਉਹ ਤੇ ਜੇ ਤੁਸੀਂ ਉਹਨਾਂ ਦੀ ਜਿਹੜੀ ਏਜੰਸੀ ਹੈ ਕੰਟਰੋਲ ਕਰਦੀ ਹੈ ਉਹਨਾਂ ਦੀ ਕੰਸਲਟੈਂਟ ਨੂੰ, ਸ਼ਾਇਦ ਉਹ ਕੋਈ ਅਖਲਾਕੀ ਤੌਰ ਤੇ ਕੋਈ ਚਾਰਜ ਲਾਉਣ ਜਾਂ ਉਹਨਾਂ ਨੂੰ ਕੋਈ ਕਮ ਸੇ ਕਮ ਹਦਾਇਤ ਹੀ ਦੇਣ ਵੀ ਇਦਾਂ ਨਹੀਂ ਕਰਨਾ ਚਾਹੀਦਾ, ਜੇ ਉਹ ਪ੍ਰੂਵ ਕਰਦੇ ਆ ਤਾਂ। ਨਹੀਂ ਤਾਂ ਉਹ ਕਹੂਗਾ ਮੈਂ ਇਹਨਾਂ ਨੂੰ ਕਿਹਾ ਹੀ ਨਹੀਂ, ਇਹਨੇ ਆਪ ਹੀ ਕਿਹਾ ਬੰਦੇ ਨੇ। ਹਾਂਜੀ, ਮੈਂ ਤਾਂ ਕਿਹਾ ਹੀ ਨਹੀਂ ਕੁਛ। ਜੀ, ਤੁਸੀਂ ਕਿਸੇ ਦੇ ਕਹੇ ਤੇ ਆਪਣੇ ਗਲਤ ਇਨਫੋਰਮੇਸ਼ਨ ਨਹੀਂ ਦੇ ਸਕਦੇ। ਜੀ ਬਿਲਕੁਲ। ਅੱਛਾ, ਫੇਰ ਜੇ ਤੁਸੀਂ ਫੇਅਰਨੈਸ ਲੈਟਰ ਤੋਂ ਬਾਅਦ ਵੀ ਤੁਹਾਨੂੰ ਨਾ ਕਰ ਦਿੰਦੇ ਆ ਤਾਂ ਤੁਹਾਨੂੰ, ਜੇ ਤੁਸੀਂ ਸੱਚੇ ਆ, ਠੀਕ ਹੈ, ਤੁਸੀਂ ਉਹਨਾਂ ਨੂੰ ਪ੍ਰੋਸੀਜਰਲ ਫੇਅਰਨੈਸ ਚੰਗੀ ਤਰ੍ਹਾਂ ਦਿੱਤੀ ਆ, ਫੇਰ ਵੀ ਜ਼ਰੂਰੀ ਨਹੀਂ ਹੈ ਕਿ ਇਮੀਗ੍ਰੇਸ਼ਨ ਆਫੀਸਰ ਮੰਨ ਜਾਊਗਾ। ਉਹ ਕਈ ਵਾਰ ਰਿਜੈਕਟ ਫੇਰ ਵੀ ਕਰ ਦਿੰਦੇ ਆ, ਕਈ ਵਾਰ ਤਾਂ ਧਿਆਨ ਨਾਲ ਪੜ੍ਹਦੇ ਹੀ ਨਹੀਂ, ਮੈਂ ਦੇਖਿਆ। ਫੇਰ ਤੁਹਾਨੂੰ ਜ਼ਰੂਰੀ ਆ ਕਿ ਤੁਸੀਂ ਇੱਕ ਲਾਇਰ ਹਾਇਰ ਕਰੋ, ਕਿਉਂਕਿ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਆ ਫੈਡਰਲ ਕੋਰਟ 'ਚ ਨਹੀਂ ਜਾ ਸਕਦੇ। ਹਾਂਜੀ, ਫੈਡਰਲ ਕੋਰਟ ਦੇ ਵਿੱਚ ਜਾਣਾ ਤਾਂ ਇੱਕ ਲੀਗਲ ਲਾਇਰ ਹੋਣਾ ਚਾਹੀਦਾ, ਇਮੀਗ੍ਰੇਸ਼ਨ ਲਾਇਰ ਕੋਈ ਹੋਵੇ, ਮਤਲਬ ਲਾਇਰ ਹੋਣਾ ਚਾਹੀਦਾ, ਉਹ ਬਾਰ ਐਸੋਸੀਏਸ਼ਨ ਦਾ ਮੈਂਬਰ ਹੋਣਾ ਚਾਹੀਦਾ। ਜੀ, ਇਮੀਗ੍ਰੇਸ਼ਨ ਲਾਇਰ ਤਾਂ ਹੋਣਾ ਚਾਹੀਦਾ ਕਿਉਂਕਿ ਇਮੀਗ੍ਰੇਸ਼ਨ ਲਾਇਰ ਨੂੰ ਹੀ ਪਤਾ ਹੋਊਗਾ। ਹਾਂਜੀ, ਉਹਦੇ ਕੋਲ ਇਦਾਂ ਦੇ ਪਹਿਲਾਂ ਕੇਸ ਆਏ ਹੋਣੇ ਆ। ਜੀ, ਉਹ ਫਿਰ ਤੁਹਾਨੂੰ ਰੈਪਰੈਜ਼ੈਂਟ ਕਰਦੇ ਆ ਤੇ ਜਿਹੜੀ ਜੱਜ ਗੱਲ ਸੁਣਦੇ ਤੁਹਾਡੀ, ਉਹ ਤਰਕ ਨਾਲ, ਦਲੀਲ ਨਾਲ ਸੁਣਦੇ ਆ। ਹਾਂਜੀ, ਕਸਵੱਟੀ ਉਹਨਾਂ ਦੀ ਹੋਰ ਆ, ਆਫੀਸਰ ਦੀ ਕਸਵੱਟੀ ਹੋਰ ਹੈ। ਹਾਂਜੀ, ਸੋ ਜੇ ਠੀਕ ਆ, ਪੈਸੇ ਲੱਗਦੇ ਆ ਪਰ ਤੁਹਾਨੂੰ ਇਨਸਾਫ ਮਿਲ ਜਾਂਦਾ। ਹਾਂਜੀ, ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ। ਜਦੋਂ ਵੀ ਕਿਸੇ ਨੇ ਐਪਲੀਕੇਸ਼ਨ ਫਿਲ ਕਰਨੀ ਹੋਵੇ ਆਪਣੀ ਧਿਆਨ ਦੇ ਨਾਲ ਕਰਨੀ ਚਾਹੀਦੀ ਹੈਗੀ ਹੈ, ਬੈਨ ਲਵਾਉਣ ਦੇ ਨਾਲੋਂ। ਤੇ ਚੰਗਾ ਇਹੀ ਹੈਗਾ ਕਿ ਚੰਗੀ ਤਰ੍ਹਾਂ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹਨੂੰ ਸਹੀ ਤਰੀਕੇ ਦੇ ਨਾਲ ਸਹੀ ਇਨਫੋਰਮੇਸ਼ਨ ਹੀ ਭਰਨੀ ਚਾਹੀਦੀ ਹੈ, ਕੋਈ ਵੀ ਇਨਫੋਰਮੇਸ਼ਨ ਗਲਤ ਨਹੀਂ ਭਰਨੀ ਚਾਹੀਦੀ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਹੁਣ ਅਗਲੀ ਖਬਰ ਵੱਲ। ਐਂਟੀਬਾਡੀ ਡਾਟਾ ਅਨੁਸਾਰ ਕੈਨੇਡੀਅਨ ਪਾਪੂਲੇਸ਼ਨ ਦਾ 2/3 ਜਿਹੜਾ ਹਿੱਸਾ ਉਹ ਕੋਵਿਡ ਦੇ ਨਾਲ ਗ੍ਰਸਤ ਸੀ। ਦੇਸ਼ ਭਰ ਦੇ ਵਿੱਚ ਬਲੱਡ ਸੈਂਪਲਸ ਜਿਹੜੇ ਉਹਨਾਂ ਨੇ ਲਏ ਸੀ, ਬਲੱਡ ਸੈਂਪਲਸ ਇਹ ਦਰਸਾਉਂਦੇ ਆ ਕਿ ਜਿਹੜਾ
ਓਮਿਕਰੋਨ ਵੇਰੀਐਂਟ ਸੀ ਉਹ ਬਹੁਤ ਤੇਜ਼ੀ ਦੇ ਨਾਲ ਫੈਲਿਆ ਸੀ, ਦੁੱਗਣੀ ਰਫ਼ਤਾਰ ਦੇ ਨਾਲ ਫੈਲਿਆ ਸੀ। ਇਸ ਰਿਪੋਰਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਕੋਵਿਡ ਆਇਆ ਸਾਡੇ, ਉਸ ਤੋਂ ਬਾਅਦ ਜਿੰਨਾ ਚਿਰ ਵੈਕਸੀਨ ਨਹੀਂ ਆਈ ਉਹਨਾਂ ਚਿਰ ਮੌਤ ਦਰ ਜਿਹੜੀ ਆ ਜ਼ਿਆਦਾ ਰਹੀ ਹੈ। ਹਾਂਜੀ। ਸੋ ਵੈਕਸੀਨ ਦਾ ਕੋਈ ਫਾਇਦਾ ਹੋਇਆ ਵੈਸੇ ਜੀ। ਹੁਣ ਉਸ ਤੋਂ ਬਾਅਦ ਦੂਸਰੀ ਆ ਗਿਆ, ਦੂਸਰਾ ਡੋਜ਼ ਲੈ ਲਿਆ, ਫਿਰ ਲੋਕਾਂ ਨੂੰ ਹੋਣਾ ਸ਼ੁਰੂ ਹੋ ਗਿਆ, ਪਰ ਉਹਦੇ ਬਾਵਜੂਦ ਉਹ ਬਚ ਗਏ। ਕਈ ਵਾਰੀ ਤਾਂ ਇੰਨਾ ਮਾਈਲਡ ਹੁੰਦਾ ਸੀ, ਬਹੁਤਿਆਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਕੋਵਿਡ ਹੋਇਆ ਹੈ। ਹਾਂਜੀ। ਸੋ ਇਹਨਾਂ ਨੇ ਐਕਚੁਅਲੀ ਬਲੱਡ ਸੈਂਪਲਸ ਜਿਹੜੇ 14,000 UBC ਵਾਲਿਆਂ ਦੀ ਰਿਸਰਚ ਆ, ਹਾਂਜੀ, 14,000 ਬਲੱਡ ਸੈਂਪਲ ਇਹਨਾਂ ਨੇ ਚੈੱਕ ਕੀਤੇ ਕਿ ਤਿੰਨਾਂ ਦੇ ਵਿੱਚੋਂ ਦੋ ਲੋਕਾਂ ਨੂੰ ਇੱਥੇ ਹੋ ਚੁੱਕਾ ਹੈ। ਹਾਂਜੀ। ਤੇ ਜਿਹੜੇ ਬੱਚਿਆਂ ਦੇ ਬਲੱਡ ਸੈਂਪਲ ਆ ਉਹ ਦੱਸਦੇ ਆ ਕਿ 80% ਬੱਚਿਆਂ ਨੂੰ ਹੋ ਚੁੱਕਾ। ਉਹਨਾਂ ਨੂੰ ਬਹੁਤਿਆਂ ਨੂੰ ਉਹ ਵੀ ਜੇ ਤੁਸੀਂ ਇਮਿਊਨਿਟੀ ਦੇਖਦੇ ਆ ਤਾਂ ਬੱਚਿਆਂ ਦੀ ਜ਼ਿਆਦਾ ਆ। ਹਾਂਜੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਨੂੰ ਕੋਵਿਡ ਹੋਇਆ ਹੈ ਜੀ। ਸੋ ਕਹਿੰਦੇ ਹੁੰਦੇ ਆ ਹਾਰਡ ਇਮਿਊਨਿਟੀ ਲਈ 60% ਲੋਕਾਂ ਨੂੰ ਹੋਇਆ ਹੋਵੇ ਤਾਂ ਫਿਰ ਠੀਕ ਹੈ ਜੀ, ਕਿਉਂਕਿ 60% ਦੇ ਵਿੱਚ ਜਿੰਨੀਆਂ ਐਂਟੀਬਾਡੀਜ਼ ਬਣ ਜਾਂਦੀਆਂ ਫਿਰ ਕੋਈ ਖਤਰਾ ਨਹੀਂ, ਫਿਰ ਪੈਂਡੈਮਿਕ ਨਹੀਂ ਰਹਿ ਜਾਂਦਾ। ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਕਹਿੰਦੀ ਹੈ ਕਿ ਅਸੀਂ ਉਸ ਸਟੇਜ ਤੇ ਆ ਚੁੱਕੇ ਹਾਂ ਹੁਣ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਖਤਮ ਹੋ ਗਿਆ ਦੁਨੀਆ 'ਚ। ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਟਨਲ ਥਾਣੀ ਲੰਘਦੇ ਹਾਂ ਤਾਂ ਲੋ ਦਿਸਣ ਲੱਗ ਪਈ ਹੈ। ਹੁਣ ਕਿਰਨ ਨਜ਼ਰ ਆ ਰਹੀ ਹੈ, ਜਿਸ ਕਿਰਨ ਨਜ਼ਰ ਆ ਰਹੀ ਹੈ, ਰੌਸ਼ਨੀ, ਤੇ ਉਹ ਲੋ ਦੇ ਕਰਕੇ ਆਸਬੰਦ ਆ ਅਸੀਂ ਕਿ ਹੁਣ ਜਿਹੜੇ ਪੈਂਡੈਮਿਕ ਦੇ ਵਿੱਚ ਪਏ ਸੀ ਉਹ ਖਤਮ ਹੋ ਜਾਣਾ ਜੀ। ਕਿਉਂਕਿ ਜਿਹੜੇ ਨੰਬਰ ਆਫ ਕੇਸਿਸ ਤੇ ਮੀਡੀਆ ਤਾਂ ਆਪਣਾ ਉਹਨਾਂ ਤਾਂ ਵੇਚਣਾ ਹੁੰਦਾ, ਪੇਪਰ ਵੇਚਣਾ ਹੁੰਦਾ, ਟੀਵੀ ਦੇ ਸ਼ੋਅ ਦੀ TRP ਦੀ ਹੁੰਦੀ ਹੈ, ਉਹ ਤਾਂ ਦੇ ਹੀ ਜਾਣਗੇ ਖਬਰ ਜੀ ਇਹ ਇੰਨੇ ਲੋਕਾਂ ਨੂੰ ਹੋ ਗਿਆ, ਇੰਨੇ ਲੋਕਾਂ ਨੂੰ ਹੋ ਗਿਆ। ਹੁਣ ਜਿਹੜੀ ਮੌਤ ਦਰ ਆ ਉਹ ਬਹੁਤ ਘੱਟ ਆ। ਹਾਂਜੀ। ਅੱਛਾ, ਮੌਤ ਦਰ ਬਹੁਤ ਘੱਟ ਆ। ਦੂਸਰਾ ਇਹ ਦੇਖਣਾ ਪੈਂਦਾ ਕਿ ਉਹ ਇਕੱਲੇ ਕੋਵਿਡ ਨਾਲ ਮਰਿਆ ਜਾਂ ਕੋਈ ਹੋਰ ਉਹਨਾਂ ਨੂੰ ਏਦਾਂ ਦੀ ਇਲਨੈਸ ਸੀ, ਹਾਂਜੀ, ਬਿਮਾਰੀ ਸੀ ਜਿਹਦਾ ਕਰਕੇ ਉਹ ਬੰਦੇ ਮਰ ਗਏ। ਕਿਉਂਕਿ ਪਹਿਲਾਂ ਇੱਥੇ ਏਦਾਂ ਵੀ ਹੋਇਆ ਨਾ ਕਿ US ਦੇ ਵਿੱਚ, ਕੈਨੇਡਾ ਦੇ ਵਿੱਚ, ਜਿੱਥੇ ਵੀ ਮੌਤ ਦੀਆਂ ਇਹਨਾਂ ਰਿਪੋਰਟਸ ਦਿੱਤੀਆਂ, ਹਰ ਇੱਕ ਗੱਲ ਕੋਵਿਡ ਦੇ ਸਿਰ ਤੇ ਲਾਤੀ। ਹਾਂਜੀ। ਇੱਥੇ US ਦੇ ਵਿੱਚ ਐਗਜ਼ਾਮਪਲ ਦਿੰਦੇ ਹੁੰਦੇ ਆ, ਬੰਦਾ ਇੱਕ ਉਹਦਾ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਤੋਂ ਬਾਅਦ ਉਹ ਮਰ ਗਿਆ ਜੀ। ਤੇ ਫਿਰ ਉਹ ਜਦੋਂ ਉਹਨੂੰ ਹਸਪਤਾਲ ਲੈ ਗਏ ਨਾ, ਹਸਪਤਾਲ ਉਹਨਾਂ ਨੇ ਉਹਦੇ ਬਲੱਡ ਸੈਂਪਲ ਲਏ ਤੇ ਉਹ ਬਲੱਡ ਸੈਂਪਲ ਦੇ ਵਿੱਚੋਂ ਕੋਵਿਡ ਨਿਕਲਿਆ। ਉਹਨੂੰ ਕੋਵਿਡ ਦੇ ਤੌਰ ਤੇ ਮਰੇ ਹੋਏ ਤੇ ਰਜਿਸਟਰ ਕੀਤਾ। ਉਹ ਇਸ ਕਰਕੇ ਕੀਤਾ ਕਿ ਜੇ ਕੋਵਿਡ ਦਾ ਮਰੀਜ਼ ਮਰਿਆ ਹੋਵੇ ਹਸਪਤਾਲ ਆ ਕੇ, ਉਹਦੇ ਜ਼ਿਆਦਾ ਪੈਸੇ ਮਿਲਦੇ ਆ ਹਸਪਤਾਲਾਂ ਨੂੰ, ਪ੍ਰਾਈਵੇਟ ਹਸਪਤਾਲ ਹੈ ਨਾ ਉੱਥੇ, ਹਾਂਜੀ, ਉਹਨਾਂ ਨੂੰ ਜ਼ਿਆਦਾ ਪੈਸੇ ਮਿਲਦੇ ਆ। ਸੋ ਨੰਬਰ ਆਫ ਜਿਹੜੀਆਂ ਡੈਥਸ ਹੋਈਆਂ ਪਹਿਲਾਂ ਨਾ ਐਗਜ਼ੈਜਰੇਟ ਵੀ ਕੀਤੀਆਂ, ਸਹੀ ਵੀ ਸੀ, ਪਰ ਜ਼ਰੂਰੀ ਨਹੀਂ ਕਿ ਉਹ ਕੋਵਿਡ ਦੇ ਨਾਲ ਹੀ ਡੈਥ ਹੋਈਆਂ ਹੋਣ ਜੀ। ਡਾਕਟਰ ਸਾਹਿਬ, ਉਦੋਂ ਤਾਂ ਇਹੀ ਸੀ ਜਦੋਂ ਕਿਸੇ ਦੀ ਵੀ ਮੌਤ ਹੁੰਦੀ ਸੀਗੀ ਤਾਂ ਕੋਵਿਡ ਦੇ ਸਿਰ ਪਾ ਦਿੱਤਾ ਜਾਂਦਾ ਸੀ। ਇਵਨ ਭਾਰਤ ਦੇ ਵਿੱਚ ਵੀ ਕਈ ਇਹੋ ਜਿਹੀਆਂ ਰਿਪੋਰਟਸ ਆਈਆਂ ਸੀ ਜਦੋਂ ਨਾ ਮਰੀਜ਼ ਨੂੰ ਕੋਈ ਹੋਰ ਵੀ ਪ੍ਰੋਬਲਮ ਹੁੰਦੀ ਸੀ, ਉਹ ਹਸਪੀਟਲ ਜਾਂਦੇ ਸੀ ਤਾਂ ਉਹਨਾਂ ਨੂੰ ਦੇਖਿਆ ਨਹੀਂ ਸੀ ਜਾਂਦਾ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਇਹਨਾਂ ਨੂੰ ਤਾਂ ਕੋਵਿਡ ਹੈਗਾ। ਕਿਉਂਕਿ ਕੋਵਿਡ ਦੇ ਨਾਂ ਤੇ ਪੈਸੇ ਆਏ ਨਾ। ਹਾਂਜੀ। ਹਰ ਇੱਕ ਸਰਕਾਰ ਨੇ ਇਹ ਸੋਚ ਲਿਆ ਕਿ ਇਸ ਵੇਲੇ ਜੇ ਪੈਸੇ ਨਹੀਂ ਸਿੱਟਦੇ ਅਸੀਂ ਨਾ ਤੇ ਸਾਨੂੰ ਲੋਕਾਂ ਨੇ ਮਾਫ ਨਹੀਂ ਕਰਨਾ। ਹਾਂਜੀ। ਹੁਣ ਇੱਥੇ ਕੈਨੇਡਾ ਦੀ ਐਗਜ਼ਾਮਪਲ ਲੈ ਲਓ ਤੁਸੀਂ। ਪਹਿਲਾਂ ਸਾਡੇ ਵੀ ਸਾਇੰਟਿਸਟ ਹੈਗੇ ਆ ਜਿਹੜੇ ਪੈਦਾ ਕਰ ਸਕਦੇ ਸੀ ਵੈਕਸੀਨ ਜੀ, ਉਹ ਲੱਗੇ ਵੀ ਰਹੇ, ਪਰ ਪੋਲੀਟੀਕਲ ਲੀਡਰਸ਼ਿਪ ਇੰਨੀ ਮਾੜੀ ਸੀ ਜਿਨ੍ਹਾਂ ਨੇ ਡਿਸਾਈਡ ਕਰਨ, ਮੂਰਖਤਾ ਵਾਲੀਆਂ ਡਿਸੀਜਨ ਲਈਆਂ ਜਿਹੜੀਆਂ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਇਹ ਸੀ ਕਿ ਜਿਸ ਦੇਸ਼ ਦੇ ਨਾਲ ਰੋਜ਼ ਲੜਾਈ ਹੁੰਦੀ ਹੈ, ਚੀਨ ਦੇ ਨਾਲ, ਹਾਂਜੀ, ਇਹਨਾਂ ਦੇ ਨਾਲ ਕੋਈ ਨਾ ਕੋਈ ਪੰਗਾ ਖੜਾ ਹੀ ਹੁੰਦਾ ਕੈਨੇਡਾ ਵਾਲਿਆਂ ਦਾ। ਇਹਨਾਂ ਨੇ ਉਹਨਾਂ ਦੀ CFO ਇੱਥੇ ਫੜੀ ਹੋਈ ਸੀ ਜੀ, ਉਹਦਾ ਪੰਗਾ ਚੱਲ ਰਿਹਾ ਸੀ। ਉਹਦੇ ਬਾਵਜੂਦ ਵੀ ਉਹਨਾਂ ਨਾਲ ਸਮਝੌਤਾ ਕੀਤਾ ਕਿ ਅਸੀਂ ਦੋਵੇਂ ਜਣੇ ਡੇਟਾ ਸ਼ੇਅਰ ਕਰਨਾ ਹੈ, ਸਾਂਝੀ ਵੈਕਸੀਨ ਕੱਢਣੀ ਅਸੀਂ ਜੀ। ਮੁੜ ਕੇ ਜਦੋਂ ਸਾਡੇ ਸਾਇੰਟਿਸਟ ਨੇ ਇੱਕ ਲੈਵਲ ਤਾਈਂ ਪਹੁੰਚ ਚੁੱਕੇ ਸੀ ਨਾ, ਇਹਨਾਂ ਨੇ ਫਿਰ ਉਹਨਾਂ ਨੂੰ, ਚੀਨ ਦੀ ਏਜੰਸੀ ਨੂੰ ਕਿਹਾ ਵੀ ਸਾਨੂੰ ਆਪਣਾ ਡਾਟਾ ਭੇਜੋ, ਅਸੀਂ ਉਹਨੂੰ ਕੰਪੇਅਰ ਕਰਨਾ
ਤੇ ਦੇਖਣਾ ਕਿ ਅਸੀਂ ਕਲੋਜ਼ ਕਿੰਨੇ ਕਿਹਾ ਵੈਕਸੀਨ ਕੱਢਣ ਦੇ। ਚੀਨ ਨੇ ਰਿਫਿਊਜ਼ ਕਰਤਾ ਕਿ ਅਸੀਂ ਤੁਹਾਡੇ ਨਾਲ ਡਾਟਾ ਨਹੀਂ ਸ਼ੇਅਰ ਕਰਨਾ, ਅਸੀਂ ਆਪਣੀ ਵੈਕਸੀਨ ਆਪ ਹੀ ਬਣਾਉਣੀ ਹੈ। ਉਸ ਵੇਲੇ ਸਾਡਾ ਪ੍ਰਾਈਮ ਮਿਨਿਸਟਰ ਨੱਠਾ ਭੱਜਾ ਫਿਰਦਾ ਸੀ। ਤੁਹਾਨੂੰ ਯਾਦ ਹੋਣਾ US ਦੇ ਕੋਲ ਤਾਂ ਵੈਕਸੀਨ ਆਪਣੀ ਉਹਨਾਂ ਨੇ ਆਪ ਹੀ ਬਣਾ ਲਈ ਨਾ। ਹਾਂਜੀ, ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਵੇਚਣੀ ਹੈ ਜੀ। ਇੰਗਲੈਂਡ ਵਾਲਿਆਂ ਨੇ ਆਪਣੇ ਆਪ ਬਣਾ ਲਈ ਸੀ, ਜਰਮਨੀ ਵਾਲਿਆਂ ਨੇ ਆਪਣੇ ਆਪ ਬਣਾ ਲਈ, ਇੰਡੀਆ ਵਾਲਿਆਂ ਨੇ ਆਪਣੇ ਆਪ ਬਣਾ ਲਈ, ਔਰ ਦੂਸਰਿਆਂ ਮੁਲਕਾਂ ਨੂੰ ਵੀ ਭੇਜਦੇ ਰਹੇ। ਸਿਰਫ ਤੇ ਸਿਰਫ ਕੈਨੇਡਾ ਵਾਲੇ ਜਿਹੜੇ ਇਹਨਾਂ ਦੇ ਕੋਲ ਕੋਈ ਵੈਕਸੀਨ ਨਹੀਂ ਸੀ। ਹਾਂਜੀ, ਫੇਰ ਨੱਠੇ ਭੱਜੇ ਫਿਰਦੇ ਰਹੇ। ਵੱਖ-ਵੱਖ ਕੰਪਨੀਆਂ ਨਾਲ, ਮੋਡਰਨਾ ਨਾਲ, ਫਾਈਜ਼ਰ ਨਾਲ ਇਹਨਾਂ ਨੇ ਐਗਰੀਮੈਂਟ ਕੀਤੇ। ਹੁਣ ਜਦੋਂ ਇਸ ਲੈਵਲ ਤੇ ਆ ਕੇ ਸਾਰੀ ਦੁਨੀਆ ਦੇ ਵਿੱਚ ਇੰਨੀ ਡਿਮਾਂਡ ਆ ਨਾ ਵੈਕਸੀਨ ਦੀ, ਉਸ ਵੇਲੇ ਇੰਨੀ ਡਿਮਾਂਡ ਸੀ, ਔਰ ਉਸ ਵੇਲੇ ਕੰਪਨੀਆਂ ਨੇ ਜਿਹੜੀਆਂ ਸ਼ਰਤਾਂ ਵੀ ਇਹਨਾਂ ਤੋਂ ਮਨਾਉਣੀਆਂ ਸੀ ਉਹ ਮਨਾਈਆਂ। ਹਾਂਜੀ, ਪੈਸੇ ਲਾਏ ਇਹਨਾਂ ਨੇ, ਜਿਹਦਾ ਪੈਸਾ ਕਹਿੰਦੇ ਲਾਇਆ ਨਹੀਂ, ਉਹ ਬਹਾਇਆ ਇਹਨਾਂ ਨੇ ਜੀ। ਇਸ ਕਰਕੇ ਕਿ ਆਪਣਾ ਮੂੰਹ ਬਚਾਉਣ ਲਈ ਜੋ ਇਹਨਾਂ ਨੇ ਰਿਸਰਚ ਦੇ ਨਾਲ ਖਲਵਾੜ ਕੀਤਾ ਨਾ, ਉਹਦਾ ਕਹਿੰਦੇ ਨੇ ਜਵਾਨਾ ਭੁਗਤਿਆ, ਜਿਹੜਾ ਖਮਿਆਜ਼ਾ ਉਹਦਾ ਆਮ ਲੋਕਾਂ ਨੂੰ ਭੁਗਤਣਾ ਪਿਆ, ਆਮ ਲੋਕਾਂ ਦੇ ਟੈਕਸ ਪੇਅਰ ਨੂੰ ਭੁਗਤਣਾ ਪਿਆ। ਅੱਜ ਕੱਲ ਵੀ ਤੁਹਾਨੂੰ ਆਉਂਦੇ ਨਾ, ਚੌਥਾ ਲਵਾ ਲਓ, ਹਾਂਜੀ, ਪੰਜਵਾਂ ਲਵਾ ਲਓ। ਇਹ ਹੁਣ ਆ ਰਹੇ ਆ ਫਾਰਮਾਸਿਊਟੀਕਲ ਕੰਪਨੀ ਨੇ ਇਹਨਾਂ ਨੂੰ ਭੇਜੇ ਕਰਕੇ ਕਿ ਹੈਲਥ ਅਥਾਰਟੀਜ਼ ਜਿਹੜੀਆਂ ਹੈਲਥ ਐਕਸਪਰਟਸ ਤੁਹਾਨੂੰ ਰਿਕਮੈਂਡ ਕਰਦੇ ਕਿ ਤੁਸੀਂ ਚੌਥਾ ਲਵਾ ਲਓ, ਤੀਜਾ ਲਵਾ ਲਓ, ਪੰਜਵਾਂ ਲਵਾ ਲਓ, ਛੇਵਾਂ ਲਵਾ ਲਓ। ਇਹ ਉਹਨਾਂ ਦੀ ਇੱਕ ਰਾਏ ਨਹੀਂ। ਉਹ ਕਹਿੰਦੇ ਕਿ ਜਿਹੜੇ ਬੰਦਿਆਂ ਨੇ ਵੈਕਸੀਨ 2 ਲਵਾਈਆਂ ਆ ਪਹਿਲੀਆਂ, ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ 2 ਡੋਜ਼ ਆ, ਹਾਂਜੀ, ਉਸ ਤੋਂ ਬਾਅਦ ਕਈਆਂ ਬੰਦਿਆਂ ਨੂੰ 60% ਜਿੱਦਾਂ ਇਹ ਸਟੱਡੀ ਨੇ ਕਿਹਾ 2/3 ਤਿੰਨਾਂ ਦੇ ਵਿੱਚੋਂ 2 ਨੂੰ ਹੋ ਚੁੱਕਾ। ਇਹਦਾ ਮਤਲਬ ਵੈਕਸੀਨ ਵੀ ਲਵਾਈ ਆ, ਉਹਨਾਂ ਦੀ ਆਪਣੀ ਵੀ ਐਂਟੀਬਾਡੀ ਬਣ ਗਈਆਂ। ਹਾਂਜੀ, ਬਿਲਕੁਲ। ਉਹਦੇ ਬਾਵਜੂਦ ਵੀ ਜਿਹੜੀ ਇੱਕ ਹੋਰ ਵੈਕਸੀਨ ਲਾਉਣੀ ਆ, 2 ਹੋਰ ਲਾਉਣੀਆਂ ਆ, ਇਹ ਹੁਣ ਫਾਰਮਾਸਿਊਟੀਕਲ ਕੰਪਨੀ ਨੇ ਉਸ ਵੇਲੇ ਐਗਰੀਮੈਂਟ ਹੀ ਸਾਈਨ ਇਸ ਤਰੀਕੇ ਨਾਲ ਕੀਤੇ। ਉਹਨਾਂ ਨੂੰ ਪਤਾ ਸੀ ਕਿ ਹੁਣ ਇਹਨਾਂ ਨੂੰ ਲੋੜ ਹੈ ਸਾਡੀ, ਤੇ ਹੁਣ ਇਹਨਾਂ ਤੋਂ ਪੈਸੇ ਬਣਾਓ ਜੀ। ਜਿੰਨਾ ਇਹਨਾਂ ਨੇ ਪੈਸਾ ਮੋਡਰਨਾ ਵਾਲਿਆਂ ਨੇ, ਫਾਈਜ਼ਰ ਵਾਲਿਆਂ ਨੇ ਐਨੀ ਦਿਨੀ ਬਣਾਇਆ ਨਾ ਪਿਛਲੇ 2-3 ਸਾਲਾਂ ਦੇ ਵਿੱਚ, ਉਹਨਾਂ ਨੇ ਪਿਛਲੇ 30 ਸਾਲਾਂ 'ਚ ਨਹੀਂ ਬਣਾਇਆ ਜੀ। ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ ਕਿ ਪੈਸਾ ਬਣਾਉਣ ਵਾਲੇ ਇਹਨਾਂ ਦਾ ਹੋਇਆ ਧਿਆਨ, ਇਹਨਾਂ ਨੇ ਡੀਲ ਸਾਈਨ ਕੀਤੇ ਨੇ। ਇਸੇ ਕਰਕੇ ਤਾਂ ਕਦੇ ਕਹਿੰਦੇ ਬੂਸਟਰ ਸ਼ਾਟ ਲਗਵਾ ਲਓ, ਤੇ ਕਦੇ ਕਹਿੰਦੇ ਤੁਹਾਨੂੰ ਹੋਰ ਡੋਜ਼ ਲਗਵਾਉਣ ਦੀ ਜ਼ਰੂਰਤ ਹੈਗੀ ਆ। ਡਾਕਟਰ ਸਾਹਿਬ, ਇੱਕ ਮੀਡੀਆ ਰਿਪੋਰਟ ਆਉਣ ਤੋਂ ਬਾਅਦ ਕਿਊਬਿਕ ਲਿਬਰਲਸ ਨੇ ਜਿਹੜੇ ਕਰਜ਼ੇ ਦੇ ਅੰਕੜੇ ਸੀ ਨਾ, ਉਹਨਾਂ ਤੋਂ $12 ਬਿਲੀਅਨ ਜਿਹੜੇ ਸੀ ਉਹ ਕਿਤੇ ਘੱਟ ਸ਼ੋ ਹੋ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਵੈਬਸਾਈਟ ਤੋਂ ਜਿਹੜਾ ਲਾਗਤ ਵਾਲਾ ਇਹ ਬੋਰਡ ਸੀਗਾ ਉਹਨੂੰ ਹਟਾ ਦਿੱਤਾ। ਪੂਰਾ ਮਸਲਾ ਹੈ ਕੀ ਸੀ, ਤੁਸੀਂ ਸਾਨੂੰ ਡਿਟੇਲ ਦੇ ਵਿੱਚ ਦੱਸੋ। ਹੁਣ ਵੱਖ-ਵੱਖ ਪਾਰਟੀਆਂ ਤੇ ਮੀਡੀਆ ਦਾ ਵੀ ਜ਼ੋਰ ਹੈ ਕਿ ਤੁਸੀਂ ਜਿਹੜੇ ਵਾਅਦੇ ਕਰਦੇ ਆ ਉਹਨਾਂ ਨੂੰ ਕੈਲਕੂਲੇਟ ਕਰਕੇ ਸਾਨੂੰ ਦੱਸੋ ਕਿ ਪੈਸੇ ਹੈ ਵੀ ਜਾਂ ਨਹੀਂ। ਹਾਂਜੀ, ਪੂਰੇ ਕਿੱਦਾਂ ਕੀਤੇ ਜਾਣਗੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅਜੇ ਤੱਕ ਸਾਰਾ ਪਤਾ ਉੱਥੇ ਵੀ ਹੈ ਲੋਕਾਂ ਨੂੰ। ਜਿੰਨਾ ਪੰਜਾਬ ਦੇ ਸਿਰ ਕਰਜ਼ਾ ਸੀ, ਇਹ ਨਵੀਂ ਗੱਲ ਨਹੀਂ ਹੈ। ਜਨਵਰੀ ਦੇ ਵਿੱਚ ਹੀ ਪਤਾ ਸੀ, ਫਰਵਰੀ ਦੇ ਵਿੱਚ ਉਸ ਵੇਲੇ ਵੀ ਇਹ ਕਹਿ ਰਹੇ ਸੀ 1000 ਔਰਤਾਂ ਨੂੰ ਦੇ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਬਿਜਲੀ ਫ੍ਰੀ ਦੇ ਦਿਆਂਗੇ। ਉਸ ਵੇਲੇ ਉਹਨੂੰ ਹੁਣ ਕਹਿੰਦੇ ਅਸੀਂ ਕੈਲਕੂਲੇਟ ਤਾਂ ਇਹਨਾਂ ਨੇ ਕੀਤਾ ਨਹੀਂ। ਸੋ ਇੱਥੇ ਕਮ ਸੇ ਕਮ ਹੁਣ ਕੈਲਕੂਲੇਟ ਕਰਨ ਲੱਗ ਪਏ। ਹਾਂਜੀ, ਇਹ ਕਿੱਦਾਂ ਕਰਦੇ ਆ, ਇਹ ਆਮਦਨੀ ਜਿੱਦਾਂ ਫੋਰਕਾਸਟ ਕਰਦੇ ਨਾ, ਤਾਂ ਉਹਦੇ ਵਿੱਚ ਇਹ 'ਚ ਵੀ ਐਗਜ਼ੈਜਰੇਟ ਕਰਦੇ, ਵਧਾ ਚੜਾ ਕੇ ਨੰਬਰ ਲਿਖਦੇ ਆ। ਉਹ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਧਾਉਣੇ ਨੰਬਰ ਕਿ ਰੈਵਨਿਊ ਇੰਨਾ ਹੋਣਾ, ਜ਼ਿਆਦਾ ਹੋਣਾ, ਜਿੰਨਾ ਹੋਣਾ ਚਾਹੀਦਾ ਉਨਾ ਨਹੀਂ, ਉਹਨਾਂ ਜ਼ਿਆਦਾ ਹੋਣਾ, ਕਿਉਂਕਿ ਇਹਨਾਂ ਨੇ ਆਪਣੇ ਅੰਕੜੇ ਵੀ ਪੂਰੇ ਕਰਨੇ ਹੁੰਦੇ ਨੇ। ਜਿਹੜੇ ਵੱਡੇ ਫਿਰ ਇਹਨਾਂ ਨੇ ਵਾਅਦੇ ਕੀਤੇ ਹੁੰਦੇ ਆ, ਉਹ ਪੂਰੇ ਕਰਨ ਦੇ ਲਈ ਕੁਝ ਤਾਂ ਦਿਖਾਉਣਾ ਪਊਗਾ। ਹੁਣ $252 ਬਿਲੀਅਨ ਦਾ ਉਹਨਾਂ ਦਾ ਕਰਜ਼ਾ ਆ। ਹਾਂਜੀ, ਇਹਨਾਂ ਨੇ ਆਪਣਾ ਕੈਲਕੂਲੇਟ ਕਰ ਲਿਆ 240 ਬਿਲੀਅਨ ਦੇ ਆਧਾਰ ਤੇ ਜੀ। ਸੋ 12 ਬਿਲੀਅਨ ਦਾ ਫਰਕ ਪਾਤਾ। ਹਾਂਜੀ, ਉਹ ਕਿਸੇ ਰਿਪੋਰਟਰ ਨੂੰ ਪਤਾ ਦੇਖ ਲਿਆ ਉਹਨੇ ਕੈਲਕੂਲੇਟ ਕਰਕੇ ਵੀ ਇਹ 240 ਲਿਖਦੇ ਆ, ਐਕਚੁਅਲੀ ਸਰਕਾਰ ਕਿਊਬਿਕ ਦੀ ਕਹਿੰਦੀ ਸਾਡੇ 252 ਬਿਲੀਅਨ ਦਾ ਕਰਜ਼ਾ ਹੈ। ਹਾਂਜੀ, ਉਹਨਾਂ ਨੇ ਫਿਰ ਲਿਖ ਦਿੱਤਾ ਕਿ ਇਹਨਾਂ ਦਾ ਕੈਲਕੂਲੇਸ਼ਨ ਕਿੱਦਾਂ ਦੀ ਹੈ। ਹਾਂਜੀ, ਤੁਸੀਂ ਦੇਖੋ, ਅਸੀਂ ਸੋਚਦੇ ਹਾਂ, ਵੈਸੇ ਨਾਰਮਲ ਬੰਦਾ ਸੋਚਦਾ ਕਿ ਪਾਰਟੀਆਂ ਨੂੰ, ਜਿਹੜੇ ਬੰਦੇ ਮੇਅਰ ਦੇ ਕੈਂਡੀਡੇਟ ਨੂੰ, ਪ੍ਰੀਮੀਅਰ ਨੂੰ, ਬੜੇ ਅਕਲ ਵਾਲੇ ਬੈਠੇ ਹੋਣੇ ਆ ਜਿਹੜੇ ਇਹਨਾਂ ਨੂੰ ਸਮਝਾਉਂਦੇ ਆ।
ਅਕਲ ਵਾਲਾ ਉੱਥੇ ਤੁਹਾਨੂੰ ਲਾਲਟਨ ਲੈ ਕੇ ਨਹੀਂ ਲੱਭਦਾ ਜੀ। ਇਹਨਾਂ ਦਾ ਸੂਤ ਹੀ ਆਇਆ ਹੈ, ਬਸ ਇਹ ਕਹਿ ਲਓ ਕਿ ਸੂਤ ਆਇਆ ਹੈ ਇਹਨਾਂ ਬੰਦਿਆਂ ਦਾ। ਕਈ ਵਾਰੀ ਡਾਕਟਰ ਸਾਹਿਬ ਕੀ ਹੁੰਦਾ ਕਿ ਐਡਵਾਈਜ਼ਰ ਕਰਕੇ ਹੀ ਬੰਦੇ ਦੀ ਬੇੜੀ ਡੁੱਬਦੀ ਹੁੰਦੀ ਆ ਵੀ ਐਡਵਾਈਜ਼ਰਾਂ ਨੇ ਬੇੜੀ ਦਵਾਈ ਹੈ ਨਾ। ਹਾਂਜੀ। ਜੋ ਕੀਤਾ ਜਿੱਦਾਂ ਜਸਟਨ ਟਰੂਡੋ ਗਿਆ ਸੀ ਇੰਡੀਆ ਨੂੰ ਜੀ, ਉਹ ਐਡਵਾਈਜ਼ਰ ਨੇ ਜੋ ਕੁਝ ਕਿਹਾ ਸੀ ਉਹਨੇ ਕੀਤਾ ਸੀ। ਹਾਂਜੀ। ਇੰਨਾ ਡਿਜ਼ਾਸਟਰ, ਇੰਨੀ ਤਬਾਹੀ ਕਰਕੇ ਆਇਆ, ਇੰਨੀ ਬੇਇੱਜ਼ਤੀ ਕਰਾ ਕੇ ਵਾਪਸ ਆਏ। ਹਾਂਜੀ। ਇਹ ਐਡਵਾਈਜ਼ਰ ਨੇ ਕਰਾਇਆ ਜੀ। ਉਹਨੇ ਜਸਟਨ ਟਰੂਡੋ ਨੇ ਆਪ ਤਾਂ ਨਹੀਂ ਕੀਤਾ ਹੋਣਾ। ਹਾਂਜੀ। ਨਾਲ ਦੇ ਨੇ ਕਰਾਤਾ। ਜਿਹੜੀ ਹੁਣ ਬੇਇੱਜ਼ਤੀ ਹੋਈ ਇਹਨਾਂ ਦੀ ਕਿਬੈਕ ਲਿਬਰਲਸ ਦੀ ਜੀ, ਇਸ ਕਰਕੇ ਹੋਈ। ਉਹਨੇ ਕਿਹਾ ਵੀ ਤੁਹਾਨੂੰ ਕੈਲਕੂਲੇਟ ਹੀ ਨਹੀਂ ਕਰਨਾ ਆਉਂਦਾ, ਅਜੇ ਤਾਂ ਇਲੈਕਸ਼ਨ ਚੱਲਦੀ ਹੈ। ਹਾਂਜੀ। ਇਲੈਕਸ਼ਨ ਦੇ ਦੌਰਾਨ ਤੁਹਾਨੂੰ ਦੱਸਣ ਇਹ ਤਾਂ ਪਤਾ ਆ ਕਿ ਸਾਡੇ ਸਿਰ ਕਿੰਨਾ ਡੈਫਿਸਿਟ ਹੈ। ਹਾਂਜੀ। ਹਾਂ, ਇਹ ਗੱਲ ਜੁਦੀ ਆ ਕਿ ਤੁਸੀਂ ਨੰਬਰ ਵਧਾ ਚੜਾ ਕੇ ਪੇਸ਼ ਕਰਦੇ ਕਿ ਸਾਡੇ ਪਹਿਲੇ ਸਾਲ ਇੰਨਾ ਰੈਵਨਿਊ ਹੋ ਜਾਣਾ, ਦੂਜੇ ਅਸੀਂ ਹੋਰ ਰੈਵਨਿਊ ਵਧਾ ਦੇਣਾ, ਤੀਜੇ 'ਚ ਹੋਰ ਵਧਾ ਦੇਣਾ, ਤਾਂ ਇਹ 'ਚੋਂ ਅਸੀਂ ਟੈਕਸ ਵੀ ਦੇ ਕੱਟਣੇ ਆ ਤਾਂ ਤੁਹਾਨੂੰ ਹੋਰ ਸੇਵਾਵਾਂ ਵੀ ਦੇਣੀਆਂ। ਦੋ ਗੱਲਾਂ ਪ੍ਰੋਮਿਸ ਦਿੰਦੇ, ਕਿਉਂਕਿ ਜੇ ਤੁਸੀਂ ਕਹੋਗੇ ਲੋਕਾਂ ਨੂੰ ਅਸੀਂ ਟੈਕਸ ਵਧਾ ਦੇਣਾ ਫਿਰ ਉਹਨਾਂ ਨੇ ਵੋਟ ਨਹੀਂ ਪਾਉਣੀ। ਹਾਂਜੀ, ਨਾਲ ਤੁਹਾਨੂੰ ਫਿਰ ਲੋਕਾਂ ਨੂੰ ਦੱਸਣਾ ਪੈਣਾ ਨਾ, ਕੋਈ ਲਾਲਚ ਕੁਝ ਦਿਖਾਉਣਾ ਪੈਣਾ ਵੀ ਜੇ ਅਸੀਂ ਟੈਕਸ ਵਧਾਵਾਂਗੇ ਤਾਂ ਅਸੀਂ ਤੁਹਾਡੇ ਲਈ ਆਹ ਚੀਜ਼ ਕਰਾਂਗੇ, ਫਿਰ ਲੋਕਾਂ ਦਾ ਧਿਆਨ ਦੂਸਰੇ ਪਾਸੇ ਵੀ ਚਲੇ ਜਾਂਦਾ। ਨਹੀਂ, ਇਹ ਹਮੇਸ਼ਾ ਹੁਣ ਕੈਨੇਡਾ ਦਾ ਇਹ ਬਣਿਆ ਹੈ ਕਿ ਜਿੱਥੇ ਵੀ ਜਿਹੜੀ ਵੀ ਪਾਰਟੀ ਉਹ ਕਹਿੰਦੀ ਕਿ ਅਸੀਂ ਤੁਹਾਡੇ ਟੈਕਸ ਘਟਾਵਾਂਗੇ ਤੇ ਨਾਲ ਤੁਹਾਡੀਆਂ ਸੇਵਾਵਾਂ ਨੂੰ ਵਾਧਾ ਕਰਾਂਗੇ। ਹਾਂਜੀ। ਇਹ ਦੋ ਵਾਅਦੇ ਪਤਾ ਨਹੀਂ ਕਿੱਦਾਂ ਪੂਰੇ ਕਰਨੇ ਇਹਨਾਂ ਨੇ। ਜਦੋਂ ਸਰਕਾਰ ਬਣ ਜਾਂਦੀ ਆ ਫਿਰ ਇਹ ਜਿਹੜੀ ਆਮਦਨੀ ਹੁੰਦੀ ਆ ਉਹਨੂੰ ਘੱਟ ਸ਼ੋਅ ਕਰਦੇ ਆ। BC ਦੇ ਵਿੱਚ ਹੁਣ ਪਿੱਛੇ ਜਾਏ ਇਹਨਾਂ ਨੇ ਕਿਹਾ 700 ਮਿਲੀਅਨ ਸਾਨੂੰ ਜ਼ਿਆਦਾ ਸਰਪਲਸ ਹੋ ਗਿਆ। ਇਹ ਸਰਪਲਸ ਕੋਈ ਗੱਲ ਨਹੀਂ, ਨਵੀਂ ਗੱਲ ਨਹੀਂ ਹੈ, ਕੋਈ ਸਾਨੂੰ ਬੇਵਕੂਫ ਨਾ ਸਮਝਣ ਦੀ ਲੋੜ। ਸਾਨੂੰ ਪਤਾ ਕਿ ਜਦੋਂ ਤੁਸੀਂ ਬਜਟ ਪੇਸ਼ ਕੀਤਾ ਸੀ ਉਸ ਵੇਲੇ ਜਾਣ ਬੁੱਝ ਕੇ ਆਮਦਨੀ ਘੱਟ ਸ਼ੋਅ ਕੀਤੀ ਤਾਂ ਕਿ ਫਿਰ ਦੱਸਿਆ ਜਾ ਸਕੇ ਲੋਕਾਂ ਨੂੰ ਥੋੜੇ ਚਿਰ ਬਾਅਦ ਆਮਦਨੀ ਸਾਡੀ ਜ਼ਿਆਦਾ ਹੋਈ, ਦੱਸਣਾ ਆ ਵੀ ਅਸੀਂ ਸੰਜਮ ਕਿੰਨੀ ਰੱਖਦੇ ਹਾਂ। ਜੇ ਤੁਹਾਡੇ ਤੋਂ 700 ਮਿਲੀਅਨ ਜ਼ਿਆਦਾ ਆ ਗਿਆ ਤੁਹਾਡੇ ਤੋਂ, ਤਾਂ ਦੂਜੇ ਪਾਸੇ ਰੌਲਾ ਪਾਉਣ ਲੱਗੇ ਸਾਡੇ ਤੋਂ ਹੈਲਥ ਕੇਅਰ ਦੇ ਪੈਸੇ ਹੈ ਨਹੀਂ, ਸਾਡੇ ਤੋਂ ਐਜੂਕੇਸ਼ਨ ਲਈ ਪੈਸੇ ਹੈ ਨਹੀਂ। ਹਾਂਜੀ। ਇਹਦਾ ਮਤਲਬ ਤੁਸੀਂ ਪੈਸੇ ਜਿਹੜੀਆਂ ਸੇਵਾਵਾਂ ਚਾਹੀਦੀਆਂ ਉਹਨਾਂ ਤੇ ਲਾ ਹੀ ਨਹੀਂ ਰਹੇ, ਤਾਂ ਹੀ ਵਿਚਾਰ ਰਹੇ। ਹਾਂਜੀ। ਦੋ ਝੂਠ ਬੋਲ ਰਹੇ ਹਨ। ਇੱਕ ਤਾਂ ਤੁਸੀਂ ਸੇਵਾਵਾਂ ਤੇ ਪੈਸੇ ਨਹੀਂ ਲਾ ਰਹੇ, ਦੂਸਰਾ ਐਗਜ਼ੈਕਟਲੀ ਝੂਠ ਬੋਲਿਆ ਹੋਣਾ ਇਹਨਾਂ ਨੇ ਕਿ ਸਾਨੂੰ ਸਰਕਾਰ ਨੂੰ ਕਿੱਦਾਂ ਨਹੀਂ ਪਤਾ ਕਿ ਸਾਨੂੰ ਰੈਵਨਿਊ ਕਿੰਨਾ ਆਉਣਾ ਹੈ। ਸੋ ਕਿਬੈਕ ਦੇ ਲਿਬਰਲ ਇਸ ਗੱਲ ਤੇ ਫਸ ਗਏ ਆ। ਹਾਂ, ਉਹ ਅੱਗੇ ਕਹਿੰਦੇ ਸੀ ਵੀ ਦੂਜੇ ਨੰਬਰ ਦੀ ਰੇਸ ਚੱਲਦੀ ਆ, ਹੁਣ ਕਿਬੈਕ ਦੇ ਲਿਬਰਲ ਨੂੰ ਹੁਣ ਪਤਾ ਨਹੀਂ ਹੈ ਤੀਜੇ ਨੰਬਰ ਤੇ ਆਉਣਾ ਕਿ ਚੌਥੇ ਤੇ ਆਉਣਾ ਹੈ। ਹਾਂਜੀ, ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ। ਇਹ ਤਾਂ ਜੇ ਉਹ ਰਿਪੋਰਟਰ ਨੇ ਨੋਟ ਕਰਕੇ ਰਿਪੋਰਟ ਨਾ ਦਿੱਤੀ ਹੁੰਦੀ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਹੁਣ ਅਗਲੀ ਖਬਰ ਵੱਲ। ਗੱਲ ਕਰਦੇ ਹਾਂ ਹੁਣ ਆਪਾਂ US ਦੀ। ਇੱਕ ਨਵਾਂ ਸਰਵੇ ਆਇਆ ਡਾਕਟਰ ਸਾਹਿਬ, ਤੇ ਉਸ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ US ਪ੍ਰੈਜ਼ੀਡੈਂਟ ਜੋ ਬਾਈਡਨ ਹੈਗੇ ਆ ਉਹ ਵੈਸੇ ਪ੍ਰਚਾਰ ਤਾਂ ਬਹੁਤ ਕਰਦੇ ਆ ਕਿ ਦੇਸ਼ ਦੇ ਵਿੱਚ ਏਕਤਾ ਉਹ ਲੈ ਕੇ ਆਉਣਗੇ, ਅਖੰਡਤਾ ਰੱਖਣਗੇ, ਪਰ ਉਹਨਾਂ ਨੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ। ਉਹਨਾਂ ਦੇ ਕਾਰਜਕਾਲ ਦੇ ਦੌਰਾਨ ਦੇਸ਼ ਨੂੰ ਇਕਜੁੱਟ ਕਰਨ ਦੇ ਬਜਾਏ ਉਹਨਾਂ ਨੇ ਦੇਸ਼ ਦੇ ਵਿੱਚ ਵੰਡੀਆਂ ਪਾਈਆਂ ਨੇ। ਇਸ ਪੋਲ ਦੇ ਵਿੱਚ 58.7% ਜਿਹੜੇ US ਵੋਟਰਸ ਆ ਉਹਨਾਂ ਨੇ ਇਹ ਗੱਲ ਮੰਨੀ ਆ। ਤੁਸੀਂ ਕੋਈ ਵੀ ਵੀਡੀਓ ਦੇਖ ਲਓ, ਕੋਈ ਆਡੀਓ ਦੇਖ ਲਓ, ਪਿਛਲੇ 2020 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਨਾ, ਹਰ ਇੱਕ ਸਪੀਚ ਤੇ ਜੋ ਬਾਈਡਨ ਇਹ ਕਹਿੰਦੇ ਸੁਣੇ ਗਏ ਆ ਕਿ ਟਰੰਪ ਨੇ ਸਾਡੇ ਦੇਸ਼ ਨੂੰ ਵੰਡ ਕੇ ਰੱਖ ਦਿੱਤਾ। ਹਾਂਜੀ। ਇੰਨੀ ਡਿਵਿਸਿਵ ਪੋਲਿਟਿਕਸ, ਪਾੜੋ ਤੇ ਰਾਜ ਕਰੋ, ਉਹੀ ਗੱਲ ਚੱਲੀ ਸੀ। ਡਿਵਾਈਡ ਐਂਡ ਰੂਲ। ਮੈਂ ਹੈਗਾ ਉਹ ਬੰਦਾ ਜਿਹੜਾ ਸਾਰੇ ਅਮਰੀਕਨਜ਼ ਨੂੰ ਯੂਨਾਈਟ ਕਰੂੰਗਾ, ਇਕਜੁੱਟ ਕਰਕੇ ਰੱਖੂੰਗਾ। ਹੁਣ ਮੈਜੋਰਿਟੀ ਨੇ ਇਹ ਕਹਿਤਾ ਵੀ ਜਿਹੜੀ ਆ ਸਪੀਚ ਹੁਣੀ ਕਰਕੇ ਆਇਆ, ਤੁਸੀਂ ਪਹਿਲਾਂ ਸਰਵੇ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਡੈਮੋਕ੍ਰੈਟਿਕ ਸਟੂਡੈਂਟ ਜ਼ਿਆਦਾ ਚਾਹੁੰਦੇ ਆ ਕਿ ਸਾਡੇ ਨਾਲ ਰੂਮਮੇਟ ਵੀ ਸਾਡਾ ਰਿਪਬਲਿਕਨ ਨਾ ਹੋਵੇ। ਹਾਂਜੀ। ਤੁਸੀਂ ਦੇਖੋ ਇੰਨੀ ਨਫ਼ਰਤ ਵਧੀ ਆ ਜੀ। ਇਹ ਪੁਆਇੰਟ ਨੰਬਰ 1 ਆ ਸਾਰੇ ਹੀ ਪੋਲੀਟੀਸ਼ੀਅਨਸ ਲਈ ਦੁਨੀਆ ਭਰ ਦੇ ਵਿੱਚ। ਇਹ ਕੋਈ ਨਵੀਂ ਗੱਲ ਨਹੀਂ ਹੈ
ਕਿ ਲੋਕਾਂ ਨੂੰ ਵੰਡੋਗੇ ਤਾਂ ਜ਼ਿਆਦਾ ਵੋਟਾਂ ਪੈਣੀਆਂ, ਜੇ ਉਹਨਾਂ ਨੂੰ ਯੂਨਾਈਟ ਕਰੋਗੇ ਤਾਂ ਘੱਟ ਵੋਟਾਂ ਪੈਣੀਆਂ। ਉਹਨਾਂ ਨੂੰ ਕੋਈ ਨਹੀਂ ਸੁਣਦਾ। ਲੋਕੀ ਹਮੇਸ਼ਾ ਸੁਣਦੇ ਆ ਨੈਗੇਟਿਵ ਗੱਲ। ਹਾਂਜੀ, ਕਿਸੇ ਦੇ ਖਿਲਾਫ ਤੁਸੀਂ ਨੈਗੇਟਿਵ ਬੋਲੋਗੇ ਤਾਂ ਸੁਣਨਗੇ। ਜੇ ਤੁਸੀਂ ਕੁਛ ਨਹੀਂ ਕਹਿਣਾ, ਆਪਣੀ ਪੋਜ਼ਿਟਿਵ ਗੱਲ ਕਰਨੀ ਹੈ, ਕਿਸੇ ਨੇ ਨਹੀਂ ਸੁਣਨੀ। ਹਾਂ, 10 ਬੰਦੇ ਹੋਣੇ ਜਿਹੜੇ ਸੁਣਨਗੇ, ਆਪਣੇ ਬਲੌਗ ਤੇ ਲਿਖ ਦੇਣਗੇ। ਹਾਂਜੀ, ਤੁਸੀਂ ਇਹ ਮਸਲਾ ਕੋਈ ਲੱਭੋ ਕਿ ਲੋਕੀ ਵੰਡਣੇ ਕਿੱਦਾਂ ਆ। ਵੰਡਣੇ ਲੋਕੀ ਬਹੁਤ ਸਿਖਾਲੇ ਆ। ਇੱਕ ਰਸ਼ੀਅਨ ਕਹਾਵਤ ਹੈ, ਉਹ ਕਹਿੰਦੇ ਕਿ ਢਾਉਣਾ ਬਹੁਤ ਸੌਖਾ ਆ, ਕੋਈ ਵੀ ਮੂਰਖ ਘਰ ਢਾ ਸਕਦਾ, ਬਣਾਉਣੀ ਚੀਜ਼ ਬੜੀ ਔਖੀ ਆ। ਜੀ ਬਿਲਕੁਲ, ਢਾਉਣ ਨੂੰ ਤਾਂ ਡਾਕਟਰ ਸਾਹਿਬ ਕੁਝ ਮਿੰਟ ਹੀ ਲੱਗਦੇ ਆ, ਬਣਾਉਣ ਨੂੰ ਸਾਲ ਲੱਗ ਜਾਂਦੇ ਆ। ਹੁਣ ਜਿਹੜੀ ਡਿਵੀਜ਼ਨ ਆ, ਹੁਣ ਇਹਨਾਂ ਨੇ ਪਾਤੀ ਕਿ ਅਸੀਂ ਅਕਲ ਵਾਲੇ ਆ, ਬਾਕੀ ਤਾਂ ਇਹਨਾਂ ਨੂੰ ਬੰਦਿਆਂ ਨੂੰ ਅਕਲ ਨਹੀਂ, ਇਹਨਾਂ ਨੂੰ ਸਭਿਅਤਾ ਨਹੀਂ, ਇਹ ਪੜ੍ਹੇ ਲਿਖੇ ਨਹੀਂ। ਅਸੀਂ ਆ ਜਿਹੜੇ ਮਿਨੋਰਟੀ ਦਾ ਖਿਆਲ ਰੱਖਦੇ ਆ, ਇਹ ਮਿਨੋਰਟੀ ਦਾ ਖਿਆਲ ਨਹੀਂ ਰੱਖਦੇ। ਅਸੀਂ ਆ ਜਿਹੜੇ ਔਰਤਾਂ ਦਾ ਖਿਆਲ ਰੱਖਦੇ ਆ। ਇਹ ਸਿਰਫ ਗੱਲਾਂ ਹੀ ਆ, ਇਹਨਾਂ ਦੀਆਂ ਵੀ ਗੱਲਾਂ ਹੀ ਆ, ਟਰੰਪ ਦੀਆਂ ਵੀ ਗੱਲਾਂ ਹੀ ਆ, ਗੱਲਾਂ ਬਾਤਾਂ ਜੀ। ਇਹ ਸਾਰਾ ਕੁਝ ਗੱਲਾਂ ਬਾਤਾਂ ਦੇ ਵਿੱਚ ਡਿਵਿਸਿਵ ਪੋਲਿਟਿਕਸ ਜਿਹੜੀ ਹੈ ਨੈਸੈਸਰੀ ਹੈ, ਲੋੜ ਆ ਇਹਦੀ। ਇਸੇ ਕਰਕੇ ਸਾਰੇ ਪੋਲੀਟੀਸ਼ੀਅਨ ਇਹਨੂੰ ਤਰਜੀਹ ਦਿੰਦੇ ਆ। ਗੱਲ ਹਾਂ, ਆਪਣੀ ਇੰਟਰਵਿਊ ਜ਼ਰੂਰ ਕਰਨਗੇ, ਅਸੀਂ ਸਾਰਿਆਂ ਲੋਕਾਂ ਨੂੰ ਚਾਹੁੰਦੇ ਆ ਕਿ ਇਕੱਠੇ ਹੋ ਜਾਣ, ਸਾਰੇ ਲੋਕ ਇਕੱਠੇ ਹੋ ਜਾਣ, ਉਹਨਾਂ ਨੂੰ ਅਕਲ ਆ ਜਾਵੇ, ਤੁਹਾਨੂੰ ਕੌਣ ਪੁੱਛੇ ਜੀ। ਅਡੋਲਫ ਹਿਟਲਰ ਕਹਿੰਦਾ ਹੁੰਦਾ ਸੀ, ਕਹਿੰਦਾ ਪੋਲੀਟੀਸ਼ੀਅਨਸ ਨੂੰ ਸ਼ੁਕਰੀਆ ਕਰਨਾ ਚਾਹੀਦਾ ਕਿ ਲੋਕ ਮੂਰਖ ਆ। ਇਹ ਉਹਦੀ ਸਟੇਟਮੈਂਟ ਸੀ। ਆਪ ਉਹ ਇਲੈਕਟ ਹੋਇਆ, ਕਹਿੰਦਾ ਮੈਂ ਮੂਰਖ ਲੋਕਾਂ ਨੂੰ ਬਣਾਇਆ, ਕਮ ਸੇ ਕਮ ਉਹਨੇ ਐਡਮਿਟ ਤਾਂ ਕੀਤਾ ਨਾ। ਹਾਂਜੀ, ਇਹ ਐਡਮਿਟ ਨਹੀਂ ਕਰਦੇ ਜੀ। ਬਿਲਕੁਲ ਡਾਕਟਰ ਸਾਹਿਬ, ਐਡਮਿਟ ਕਰਨਾ ਤਾਂ ਬਹੁਤ ਔਖਾ ਹੁੰਦਾ, ਐਕਸੈਪਟੈਂਸ ਤਾਂ ਡਾਕਟਰ ਸਾਹਿਬ ਬਹੁਤ ਜ਼ਿਆਦਾ ਔਖੀ ਹੁੰਦੀ ਆ। ਹੁਣ ਰੁਕ ਕਰਦੇ ਹਾਂ ਇੱਕ ਹੋਰ ਖਬਰ ਵੱਲ। ਇਸ ਖਬਰ ਦਾ ਸਬੰਧ ਹੈਗਾ ਡਾਕਟਰ ਸਾਹਿਬ ਲੈਬਨਾਨ ਦੇ ਨਾਲ। ਲੈਬਨਾਨ ਦੇ ਵਿੱਚ ਡਾਕਟਰ ਸਾਹਿਬ ਇੱਕ ਔਰਤ ਟੋਏ ਗਨ ਲੈ ਕੇ ਗਈ ਬੈਂਕ ਦੇ ਵਿੱਚ, ਆਪਣੇ ਹੀ ਪੈਸੇ ਕਢਵਾਉਣ ਦੇ ਲਈ ਉਹਨੂੰ ਟੋਏ ਗਨ ਦੀ ਵਰਤੋਂ ਕਰਨੀ ਪਈ। ਉਹਨੇ ਦੱਸਿਆ, ਜਦੋਂ ਉਹਨੇ ਕਹਿ ਲਓ ਕਿ ਟੋਏ ਗਨ ਦੀ ਨੋਕ ਤੇ ਆਪਦੇ ਪੈਸੇ ਕਢਵਾ ਲਏ, ਉਸ ਤੋਂ ਬਾਅਦ ਉਹਨੇ ਫਿਰ ਦੱਸਿਆ, ਉਹ ਕਹਿੰਦੀ ਕਿ ਉਹਦੀ ਸਿਸਟਰ ਨੂੰ ਕੈਂਸਰ ਸੀ ਤੇ ਉਹ ਬੈਂਕ ਵਾਲਿਆਂ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਉਹਨੂੰ ਪੈਸੇ ਚਾਹੀਦੇ, ਤੇ ਉਹਨਾਂ ਨੇ ਲਿਮਿਟ ਲਾਈ ਹੋਈ ਸੀ, ਜਿੱਦੇ ਇਹਨੂੰ ਚਾਹੀਦੇ ਸੀ ਨਹੀਂ ਦੇ ਰਹੇ ਸਨ। ਤੇ ਉਹ ਕਹਿੰਦੀ ਅਖੀਰ ਦੇ ਵਿੱਚ ਕਿ ਮੈਂ ਆਪਣੇ ਭਤੀਜੇ ਦੀ ਟੋਏ ਗਨ ਚੁੱਕੀ ਤਾਂ ਮੈਂ ਬੈਂਕ ਚਲੇ ਗਈ, ਉਹ ਆਪਣੇ ਕੁਝ ਸਾਥੀਆਂ ਦੇ ਨਾਲ, ਤੇ ਉੱਥੇ ਜਾ ਕੇ ਫਿਰ ਉਹਨੇ ਪੈਸੇ ਕਢਵਾਏ। ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਲੈਬਨਾਨ ਦਾ ਸਰਕਲ ਚੱਲਿਆ ਹੈ ਨਾ, ਐਕਚੁਅਲੀ ਤਾਂ ਇਹ ਪੋਲਿਟਿਕਸ ਦੇ ਵਿੱਚ ਹੈ। ਜਦੋਂ ਇਹਨਾਂ ਨੇ ਆਪਣਾ ਸੰਵਿਧਾਨ ਬਣਾਇਆ ਸੀ, ਉਸ ਵੇਲੇ ਇੱਕ ਕੰਸੋਸੀਏਸ਼ਨਲ ਡੈਮੋਕ੍ਰੇਸੀ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਵਰਗ ਨੂੰ ਉਨੀ ਰੈਪਰੈਜ਼ੈਂਟੇਸ਼ਨ ਦਿਓ, ਉਨੀ ਨੁਮਾਇੰਦਗੀ ਦਿਓ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਹੈ। ਮੇਨ ਇਸ਼ੂ ਸੀ ਉੱਥੇ ਕ੍ਰਿਸਚੀਅਨਸ ਦੀ ਤਾਂ ਮੁਸਲਿਮਸ ਦੀ। ਉਸ ਵੇਲੇ ਮੁਸਲਮਾਨ ਘੱਟ ਸੀ ਤੇ ਕ੍ਰਿਸਚੀਅਨ ਜ਼ਿਆਦਾ ਸੀ, ਸੋ ਸੀਟਾਂ ਜਿਹੜੀਆਂ ਆ ਪਾਰਲੀਮੈਂਟ ਦੇ ਵਿੱਚ ਕ੍ਰਿਸਚੀਅਨਸ ਨੂੰ ਜ਼ਿਆਦਾ ਦਿੱਤੀਆਂ ਔਰ ਮੁਸਲਮਾਨਾਂ ਨੂੰ ਘੱਟ ਦਿੱਤੀਆਂ। ਹੁਣ ਮੁਸਲਮਾਨ ਜ਼ਿਆਦਾ ਆ, ਕ੍ਰਿਸਚੀਅਨ ਘੱਟ ਹੈ। ਅੱਛਾ, ਫਿਰ ਉਸ ਤੋਂ ਬਾਅਦ ਸੀਰੀਆ ਵਾਲਿਆਂ ਦਾ ਦਾਬਾ ਜ਼ਿਆਦਾ ਹੈ। ਸੀਰੀਆ ਵਾਲੇ ਕਲੋਨੀਅਲਿਜ਼ਮ ਜਿੱਦਾਂ ਪਹਿਲਾਂ ਕਰਦੇ ਹੁੰਦੇ ਸੀ, ਇੰਗਲੈਂਡ ਦੇ ਥੱਲੇ ਆ ਬਾਕੀ ਦੇਸ਼, ਇਸੇ ਤਰ੍ਹਾਂ ਸੀਰੀਆ ਦੇ ਥੱਲੇ ਲੈਬਨਾਨ ਆ ਜੀ। ਹੁਣ ਜਿਹੜੀ ਉੱਥੇ ਸਰਕਾਰ ਆ, ਇਹਦੇ ਇਸ ਗੱਲ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਇੰਨੀ ਕਰਪਸ਼ਨ ਹੈ, ਜਿੱਦਾਂ ਤੁਸੀਂ ਕਹਿ ਲਓ ਕਿ ਚਰਨਜੀਤ ਸਿੰਘ ਚੰਨੀ ਨੇ ਕੀਤੀ ਉੱਥੇ ਪੰਜਾਬ ਦੇ ਵਿੱਚ ਨਾ, ਹਾਂਜੀ, ਲੁੱਟ ਕੇ ਲੈ ਗਏ। ਇਹ ਲੈਬਨਾਨ ਦੇ ਵਿੱਚ ਵੀ ਸਰਕਾਰ ਜਿਹੜੀ ਹੈ ਸਾਡੇ ਪੰਜਾਬ ਦੇ ਨਾਲ ਮੇਰਾ ਖਿਆਲ ਕੰਪੈਰੇਟਿਵ ਐਨਾਲਿਸਿਸ ਕਰਨ ਦੀ ਲੋੜ ਹੈ। ਜੋ ਕੁਝ ਉੱਥੇ ਹੋਇਆ ਉਹੀ ਕੁਝ ਇੱਥੇ ਹੋਇਆ ਜੀ। ਇਹਨਾਂ ਨੇ ਉਹਦਾ ਸਿੱਟਾ ਇਹ ਨਿਕਲਿਆ, ਜਿੱਦਾਂ ਸ੍ਰੀਲੰਕਾ 'ਚ ਆਇਆ ਹੈ ਨਾ, ਇਹਨਾਂ ਦੇ ਵੀ ਕਰੰਸੀ ਕ੍ਰਾਈਸਿਸ ਸ਼ੁਰੂ ਹੋ ਗਏ। ਹਾਂਜੀ, ਉਹਦੇ ਵਿੱਚ 2-3 ਸਾਲ ਪਹਿਲਾਂ 2019 ਦੀ ਗੱਲ ਹੈ, ਲੋਕਾਂ ਨੇ ਦੇਖਿਆ ਕਿ ਜਿਹੜਾ ਸਾਡਾ ਲੀਰਾ ਆ, ਉਹਨਾਂ ਦਾ ਜਿਹੜੀ ਕਰੰਸੀ ਆ ਉਹਨੂੰ ਕਹਿੰਦੇ ਲੀਰਾ, ਉਹ ਲੀਰਾ ਜਿਹੜਾ ਇੰਨਾ ਘਟ ਰਿਹਾ ਸੀ ਡਾਲਰ ਦੇ ਮੁਕਾਬਲੇ, ਲੋਕਾਂ ਨੇ ਪਾਉਂਡ ਤੇ ਡਾਲਰ ਖਰੀਦਣੇ ਸ਼ੁਰੂ ਕਰਤੇ ਤਾਂ ਉਹਨਾਂ ਦੇ ਅਕਾਊਂਟ ਬਣਾਉਣੇ ਸ਼ੁਰੂ ਕਰਤੇ। ਹੁਣ ਇੱਥੇ ਉਹਨਾਂ ਦੇ ਪ੍ਰਾਈਸ ਇੰਨੀ, ਪਾਕਿਸਤਾਨ 'ਚ ਰੌਲਾ ਪਾਉਂਦੇ ਨੇ ਸਾਡੇ 220 ਰੁਪਏ ਹੋ ਗਏ। ਇਹਨਾਂ ਨੂੰ ਤਾਂ ਫਿਰ ਵੀ ਸ਼ੁਕਰੀਆ ਕਰਨਾ ਚਾਹੀਦਾ। ਤੁਸੀਂ ਜੇ ਸੁਣਨਾ ਚਾਹੁੰਦੇ ਆ ਤਾਂ ਲੈਬਨਾਨ ਦੇ ਹਾਲਾਤ ਸੁਣ ਕੇ ਦੇਖੋ ਜੀ। ਲੈਬਨਾਨ ਦੀ ਸਰਕਾਰ ਨੇ ਅਫੀਸ਼ੀਅਲ ਤੌਰ ਤੇ 1550 ਰੁਪਏ ਕੀਮਤ ਰੱਖੀ ਹੈ ਇੱਕ
1550 ਲੀਰੇ $1 ਦੇ, US ਡਾਲਰ ਦੇ ਜੀ। ਬੈਂਕਾਂ ਨੇ ਆਪਣਾ ਰੇਟ ਲਾਇਆ ਹੈ। ਬੈਂਕ ਤੁਹਾਨੂੰ 1550 ਤੇ ਦਿੰਦੇ ਹੀ ਨਹੀਂ, ਉਹਨਾਂ ਨੇ ਲਾਇਆ 3750 3800 ਦੇ ਤਕਰੀਬ। ਐਕਚੁਅਲੀ ਨਹੀਂ, ਉਹਨਾਂ ਨੇ ਲਾਇਆ 8000 ਲੀਰੇ ਦਾ $1 ਦਿੰਦੇ ਹੋ। ਤੇ ਜਿਹੜਾ ਬਲੈਕ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ ਇਸ ਵੇਲੇ ਰੇਟ, ਉਹ 38000 ਚੱਲਦਾ ਹੈ। ਤੁਸੀਂ ਦੇਖੋ ਫਰਕ ਕਿੰਨਾ ਹੈ ਜੀ। 1550 ਅਫੀਸ਼ੀਅਲ ਰੇਟ ਆ, ਬਲੈਕ ਮਾਰਕੀਟ ਦੇ 3800 ਤੇ ਬੈਂਕ ਵਾਲੇ ਦਿੰਦੇ 8000 ਦੇ। ਹਿਊਜ ਡਿਫਰੈਂਸ, ਫਰਕ ਦੇਖੋ ਕਿੰਨਾ ਹੈ। ਹਾਂਜੀ। ਤੋ ਬੈਂਕਾਂ ਵਾਲਿਆਂ ਨੇ ਹੁਣ ਉੱਥੇ ਪਿੱਛੇ ਜਾ ਇੰਨੀ ਕ੍ਰਾਈਸਿਸ, ਸੰਕਟ ਵੱਧ ਗਿਆ, ਉਹਨਾਂ ਨੇ ਕਹਿਤਾ ਕਿ ਅਸੀਂ ਤੁਹਾਨੂੰ ਨਾ ਲੀਰਾ ਕਢਾਉਣ ਦੇਣਾ ਤੇ ਨਾ ਡਾਲਰ ਕਢਾਉਣ ਦੇਣੇ, ਤੁਹਾਡੇ ਹੀ ਪੈਸੇ ਜਿਹੜੇ ਜਮ੍ਹਾਂ ਕਰਾਏ, ਆਪਣੇ ਹੀ ਪੈਸੇ ਕਢਵਾਉਣ ਦੇ ਲਈ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ। ਸੋ ਇਹ ਔਰਤ ਜਿਹੜੀ ਉਹਨੂੰ ਚਾਹੀਦੇ ਸੀ ਆਪਣੀ ਸਿਸਟਰ ਦੀ ਇਲਾਜ ਲਈ, ਇਹ ਗਈ ਉਹਦੇ ਕੋਲੋਂ, ਕਹਿੰਦੀ ਮੇਰੇ ਤੋਂ ਬੰਦੂਕ ਵੀ ਅਸਲੀ ਨਹੀਂ ਸੀ, ਉਹਦਾ ਟੋਏ ਗਨ ਸੀ ਜੀ ਜਿਹੜੇ ਲੈ ਕੇ ਗਈ ਆ, ਤੇ ਪੈਸੇ ਵੀ ਉਹਦੇ ਹੀ ਸੀ। ਹਾਂਜੀ। ਕਹਿੰਦੀ ਮੈਂ ਆਪਣੇ ਹੀ ਪੈਸੇ ਕਢਾਉਣ ਗਈ ਆ ਤੇ ਖਿਡੌਣਾ ਲੈ ਕੇ ਗਈ ਆ ਤੇ ਦੇਤੇ ਉਹਨਾਂ ਨੇ ਪੈਸੇ, ਡਰਦਿਆਂ ਨਹੀਂ ਦਿੱਤੇ ਉਹਨੂੰ। ਹਾਂਜੀ ਡਾਕਟਰ ਸਾਹਿਬ, ਡਰਦਿਆਂ ਨਹੀਂ ਦਿੱਤੇ ਪੈਸੇ ਵੈਸੇ, ਪਰ ਮਿਲ ਗਏ ਉਹਨੂੰ, ਪਰ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਆ ਜੀ ਉੱਥੇ। ਚਲੋ ਅੱਜ ਦਾ ਵਿਚਾਰ ਕੀ ਹੈ ਡਾਕਟਰ ਸਾਹਿਬ? ਅੱਜ ਦਾ ਵਿਚਾਰ ਹੈ ਜੀ, ਭਰੋਸਾ ਕਰਦੇ ਸਮੇਂ ਹੁਸ਼ਿਆਰ ਰਹੋ, ਕਿਉਂਕਿ ਫਟਕੜੀ ਅਤੇ ਮਿਸ਼ਰੀ ਇੱਕੋ ਜਿਹੇ ਨਜ਼ਰ ਆਉਂਦੇ ਆ। ਇਸ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ 604 592 9191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।